विघन विनाशन सोए। सतनाम। वाहिगुरु साहिब जी तोटे ग्रह बजार एक वह अपर उजारा मार लूट पलटा है बड़ पंथ हमारा। तोटे ग्रह बजार एक वह अपर उजारा मार लूट पलटा है बड़ पंथ हमारा। वाहिगुरु जी का खालसा वाहिगुरु जी की फतेह। जाहर हजूर हाजिर हजूर सर्व कला भरपूर पतत पावन भक्त वशद अंतरजामी धन श्री गुरु ग्रंथ साहिब जी महाराज सतगुरां दी अपर अपार किरपा रहमत दा सदका जगत गुरु श्री गुरु नानक देव साहिब जी महाराज सतगुरां दे पावने स्थान गुरुद्वारा श्री बेर साहिब जी विखे गुरु चरनां दी हाजरी भर रही गुरु की साजी नवाजी हुई साध संगत जी सतगुरां ने कृपा दृष्टि की है अपने अमृतमय दी दात सत संगत का अमोल सुभागा समा बख्शिया। लड़ीवार रूप दे विच दशमेश पिता अमृत दे दाते पंथ के वाली श्री गुरु गोबिंद सिंह साहिब महाराज सतगुरां दे पावन इतिहास की गाथा चल रही है। जिस प्रकार सतगुरु जी मालवे के इलाके दे विच दीने नगर दे विच सोहनी कहां जो दीना कांगड़ है कांगड़ नगर दे विचों ही निकल करके दीना वसिया है। उस दीने नगर दे विच सतगुरु जी एक प्रेमी सिख के चुबारे दे विच आसन लाया होया। हर रोज बहुत ही वड्डी गिनती दे विच संगतां सतगुरु जी के दर्शन दीदार करने वास्ते उत्थे आ रही। अनेकों गुरु के सिखां ने सतगुरु जी के दीदार करदे होया गुरु का खंडे बाटे का अमृत छक के गुरु की सिक्खी प्राप्त की और उस नगर दे विच जो छेवें पातशाह गुरु हरगोबिंद साहिब महाराज जी का उस इलाके का सिर सी भाई राय जोध उसके पुत्रे भाई शमीर भाई रतमीर भाई तख्तमल वो सेवा कर रहे हैं। भाई शमीर ने गुरु का अमृत छकिया शमीर सिंह बनया। अनेकों जूना सुपने में ही महाराज ने भुगता के सुपने की 84 कट के निहाल किया। इस तरह जिवें सरहद के विचों उदासी महापुरखों के स्थान तो जिथे महंत सीतलपुरी जी ते उन्होंने चेले दयालपुरी जी कहते सन। वो दयालपुरी जी जिवें महाराज साहब जी के पास आए आके बेनती की कि गरीब नवाज सच्चे पातशाह जी ने जो सरहद शहर के बाबत वचन किया है जिस सरहद के बहुत बड़ा जुल्म होया है पाप होया है वज्रपात आप जी के साहिबजादे शहीद किए गए उसके उजड़न वास्ते उसके खात्मे वास्ते आप जी ने अपने मुखातिब तो वचन किया कि सरहद की रचना लिट खड़केगी। उत्थे जिहड़े महल हैं उन्हां दीयां जड़ां पुट्टियां जाणगीआं
ਤੇ ਸਤਿਗੁਰੂ ਸਾਡਾ ਵੀ ਡੇਰਾ ਉੱਥੇ ਹੈ, ਸਾਡੀਆਂ ਸ਼ਰਧਾਲੂ ਸੰਗਤਾਂ ਵੀ ਸਰਹੰਦ ਸ਼ਹਿਰ ਵਿੱਚ ਹੀ ਰਹਿੰਦੀਆਂ ਹਨ। ਕਿਰਪਾ ਕਰਕੇ ਸਾਨੂੰ ਬਖਸ਼ੋ। ਉਹ ਜਿਵੇਂ ਸਾਧੂ ਦਿਆਲਪੁਰੀ ਨੂੰ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਸੀ ਕਿ ਆਪਣੇ ਟਿਕਾਣੇ ਤੇ ਕੋਠੇ ਤੇ ਚੜ੍ਹ ਕੇ ਸੰਤ ਵਜਾਵੀਂ, ਜਿੱਥੋਂ ਦੀ ਸੰਤ ਦੀ ਆਵਾਜ਼ ਜਾਵੇਗੀ ਉੱਥੋਂ ਦੀ ਜੋ ਤੇਰਾ ਇਲਾਕਾ ਹੈ ਉਹ ਵਸਦਾ ਰਹੇਗਾ, ਬਾਕੀ ਸਾਰਾ ਉਜੜ ਜਾਵੇਗਾ। ਇੱਥੋਂ ਦੀ ਸਾਧ ਸੰਗਤ ਜੀ ਆਪਾਂ ਗਾਥਾ ਕੱਲ੍ਹ ਸਰਵਣ ਕੀਤੀ ਹੈ। ਇਸ ਤੋਂ ਅੱਗੇ ਜਿਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਇਤਿਹਾਸ ਆ ਰਿਹਾ ਹੈ। ਦੀਨੇ ਨਗਰ ਮਾਲਵੇ ਦੇ ਇਲਾਕੇ ਸਤਿਗੁਰੂ ਦਸ਼ਮੇਸ਼ ਪਾਤਸ਼ਾਹ ਸੋਭਨੀਕ ਹਨ। ਗੁਰੂ ਜੀ ਦਾ ਪਾਵਨ ਧਿਆਨ ਆਪਣੇ ਹਿਰਦੇ ਵਸਾਉਂਦੇ ਹੋਏ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਤੋਟੇ ਗ੍ਰਹਿ ਜੁਝਾਰਿਕ ਵੈਪਰ ਉਜਾਰਾ। ਗਰੀਬ ਨਵਾਜ ਦਸ਼ਮੇਸ਼ ਪਾਤਸ਼ਾਹ ਉਸ ਸਾਧੂ ਨੂੰ ਕਹਿਣ ਲੱਗੇ ਕਿ ਜਦੋਂ ਤੂੰ ਕੋਠੇ ਤੇ ਚੜ੍ਹ ਕਰਕੇ ਸੰਖ ਵਜਾਵੇਂਗਾ ਤੇ ਤੇਰੇ ਡੇਰੇ ਦੇ ਲਾਗੇ ਦਾ ਜਿਹੜਾ ਇੱਕ ਬਾਜ਼ਾਰ ਹੈ ਉਹ ਇੱਕ ਬਾਜ਼ਾਰ ਰਹਿ ਜਾਵੇਗਾ ਤੇ ਬਾਕੀ ਸਾਰਾ ਜਿਹੜਾ ਇਹ ਸ਼ਹਿਰ ਹੈ ਸਰਹੰਦ ਸ਼ਹਿਰ ਇਹ ਉਜੜ ਜਾਵੇਗਾ। ਜੋ ਗੋਹਾਂ ਤੱਕ ਵਸਦਾ ਹੈ ਬਾਕੀ ਸਾਰਾ ਉਜੜ ਜਾਵੇਗਾ। ਤੇਰੇ ਨੇੜੇ ਵਾਲਾ ਬਾਜ਼ਾਰ ਇੱਕ ਰਹਿ ਜਾਵੇਗਾ। ਮਾਰ ਲੂਟ ਪਲਟਾ ਲਹਿ ਬੜ ਪੰਥ ਹਮਾਰਾ। ਸਾਡਾ ਵੱਡਾ ਪੰਥ ਉਹ ਇਸ ਸਰਹੰਦ ਨੂੰ ਮਾਰੇਗਾ, ਤਬਾਹ ਕਰੇਗਾ ਤੇ ਜੋ ਇਹਦੇ ਵਿੱਚ ਜ਼ੁਲਮ ਹੋਇਆ ਇਸ ਜ਼ੁਲਮ ਦਾ ਬਦਲਾ ਲਵੇਗਾ। ਇਹ ਸਾਡਾ ਖਾਲਸਾ ਪੰਥ ਕਰੇਗਾ। ਦਿਆਲਪੁਰੀ ਸੁਣ ਦਿਆਲ ਦੇ ਪੁਨ ਮਸਤਕ ਟੇਕਾ। ਤੇ ਭਾਈ ਦਿਆਲਪੁਰੀ ਨੇ ਉਸ ਮੌਕੇ ਦੇ ਉੱਤੇ ਦਿਆਲੂ ਕਿਰਪਾਲੂ ਸਤਿਗੁਰੂ ਜੀ ਤੋਂ ਇਹ ਬਚਨ ਸੁਣ ਕਰਕੇ ਫਿਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੱਥਾ ਟੇਕਿਆ ਹੈ। ਧੰਨ ਗੁਰਪੂਰਨ ਪੁਰਖ ਤੁਮ ਜਗ ਵਿਵੇਕਾ। ਤੇ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਤੁਸੀਂ ਧੰਨ ਹੋ, ਪੂਰਨ ਪੁਰਖ, ਔਰ ਆਪ ਜੀ ਗਿਆਨ ਦੇ ਸਮੁੰਦਰ ਹੋ, ਗਿਆਨ ਦੇ ਬੱਦਲ ਹੋ ਤੇ ਸਤਿਗੁਰੂ ਜੀ ਆਪ ਪੂਰਨ ਪੁਰਖ ਧੰਨ ਹੋ। ਆਗਿਆ ਲੈ ਨਾਮ ਧਾਰਨ ਨਿਕ ਪੁਰਖ ਆਇਓ। ਸੰਤ ਦਿਆਲਪੁਰੀ ਸਤਿਗੁਰੂ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਆਗਿਆ ਲੈ ਕਰਕੇ ਹਿਰਦੇ ਵਿੱਚ ਆਨੰਦ ਧਾਰਨ ਕਰਕੇ ਤੇ ਦੀਨੇ ਨਗਰ ਤੋਂ ਫਿਰ ਆਪਣੇ ਨਿੱਜੀ ਨਗਰ ਨੂੰ ਭਾਵ ਸਰਹੰਦ ਨੂੰ ਚੱਲ ਕੇ ਆਇਆ ਹੈ। ਚੜ੍ਹ ਦੇ ਪਰ ਧਨ ਧੁਨ ਲੈ ਸੰਖ ਬਜਾਇਓ। ਤੇ ਇਹ ਸਾਧੂ ਦਿਆਲਪੁਰੀ ਨੇ ਫਿਰ ਆਪਣੇ ਕੋਠੇ ਤੇ ਚੜ੍ਹ ਕੇ ਆਪਣੇ ਡੇਰੇ ਤੇ ਕੋਠੇ ਉੱਤੇ ਚੜ੍ਹ ਕੇ ਉੱਚੀ ਧੁਨ ਦੇ ਨਾਲ ਸੰਖ ਵਜਾਇਆ, ਫੂਕ ਮਾਰ ਕੇ। ਜੈ ਜੈ ਨਾਨਕ ਜਪ ਸੁਣੀ ਸੋ ਆਪ ਵਾਸਾ। ਭਾਈ ਸਾਹਿਬ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਜਦੋਂ ਇਸ ਸਾਧੂ ਨੇ ਆਪਣੇ ਡੇਰੇ ਦੇ ਉੱਤੇ ਚੜ੍ਹ ਕਰਕੇ ਉੱਚੀ ਧੁਨ ਨਾਲ ਸੰਖ ਵਜਾਇਆ, ਜਿੱਥੋਂ ਜਿੱਥੋਂ ਤੱਕ ਜਿਸ ਜਿਸ ਥਾਂ ਦੇ ਉੱਤੇ ਉਹ ਆਵਾਜ਼ ਸੁਣਾਈ ਦਿੱਤੀ, ਸੰਖ ਦੀ ਆਵਾਜ਼ ਗਈ, ਹੁਣ ਤੀਕ ਉਹ ਸਰਹੰਦ ਸ਼ਹਿਰ ਉਨਾ ਵਸਦਾ। ਜਿੱਥੋਂ ਤੀਕ ਸੰਖ ਦੀ ਆਵਾਜ਼ ਗਈ ਸੀ, ਜਦੋਂ ਜ਼ੋਰ ਦੇ ਨਾਲ ਸੰਖ ਦੇ ਵਿੱਚ ਫੂਕ ਭਰ ਕੇ ਸੰਖ ਨੂੰ ਵਜਾਇਆ, ਦਿਆਲਪੁਰੀ ਸਾਧੂ ਨੇ ਕੋਠੇ ਦੇ ਉੱਤੇ ਚੜ੍ਹ ਕੇ ਤੇ ਦੂਰ ਦੂਰ ਤੀਕ ਸੰਖ ਦੀ ਆਵਾਜ਼ ਜਿਹੜੀ ਜਿੱਥੋਂ ਤੀਕ ਗਈ ਹੈ, ਉਹਨਾਂ ਇਲਾਕਾ ਜਿਹੜਾ ਚਾਰ ਚੁਫੇਰੇ ਸਰਹੰਦ ਦਾ ਉਹ ਵਸਦਾ ਰਿਹਾ, ਹੁਣ ਤੀਕ ਵਸਦਾ ਹੈ।
ਕਈ ਕੂਸ ਲੋ ਔਰ ਵੱਡੋ ਗੁਰ ਸਰਾਪ ਅਨਾਸਾ। ਤੇ ਉਹਦੇ ਤੋਂ ਬਿਨਾ ਇਹ ਸਰਹੰਦ ਸ਼ਹਿਰ ਕਈਆਂ ਕੋਹਾਂ ਦੇ ਵਿੱਚ ਵਸਦਾ ਹੁੰਦਾ ਸੀ। ਬਹੁਤ ਵੱਡਾ ਸ਼ਹਿਰ ਸੀ, ਕਈਆਂ ਕੋਹਾਂ ਦੇ ਵਿੱਚ ਵਸਦਾ ਸੀ, ਪਰ ਉਹ ਸਾਰਾ ਹੀ ਗੁਰੂ ਕੇ ਸਰਾਪ ਰੂਪੀ ਬਚਨਾਂ ਦੇ ਨਾਲ ਵਿਨਾਸ਼ ਹੋ ਗਿਆ, ਖਤਮ ਹੋ ਗਿਆ, ਉਜੜ ਗਿਆ। ਉਹਨਾਂ ਨਹੀਂ ਹੈ ਹੁਣ ਜਿੰਨਾ ਉਸ ਮੌਕੇ ਦੇ ਉੱਤੇ ਸੀ। ਪਹਿਲਾਂ ਕਈਆਂ ਕੋਹਾਂ ਵਿੱਚ ਸੀ, ਸਿਰਫ ਉਹਨਾਂ ਕੁ ਵਸਦਾ ਰਹਿ ਗਿਆ ਜਿੱਥੋਂ ਤੀਕ ਸੰਖ ਦੀ ਆਵਾਜ਼ ਗਈ। ਦਸ਼ਮੇਸ਼ ਪਾਤਸ਼ਾਹ ਨੇ ਆਖਿਆ ਸੀ ਜਿੱਥੋਂ ਤੀਕ ਸੰਖ ਦੀ ਆਵਾਜ਼ ਜਾਊਗੀ ਉੱਥੋਂ ਤੀਕ ਵਸਦਾ ਰਹੇ। ਤੇ ਬਾਕੀ ਸਾਰਾ ਇੱਕ ਵਾਰੀ ਗੁਰੂ ਕੇ ਖਾਲਸੇ ਨੇ ਮਲੀਆ ਮੇਟ ਕਰ ਦਿੱਤਾ, ਢਾਲ ਢੇਰੀ ਕਰ ਦਿੱਤਾ ਗੁਰੂ ਕੇ ਬਚਨਾਂ ਨੂੰ। ਤੇ ਉਸ ਤੋਂ ਬਾਅਦ ਫਿਰ ਉੱਥੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਕਾਇਮ ਕੀਤਾ, ਸਰਹੰਦ ਦੀ ਥਾਂ 'ਤੇ ਫਿਰ ਇਹਦਾ ਨਾਮ ਬਾਬਾ ਫਤਿਹ ਸਿੰਘ ਦੇ ਨਾਮ ਤੇ ਇਹ ਫਤਿਹ ਕਰਕੇ, ਜਿੱਤ ਕਰਕੇ ਜਦੋਂ ਜਿੱਤਿਆ ਸਰਹੰਦ ਨੂੰ, ਤੇ ਫਿਰ ਫਤਿਹਗੜ੍ਹ ਸਾਹਿਬ ਰੱਖ ਦਿੱਤਾ। ਤੇ ਉਹ ਫਿਰ ਦੁਬਾਰਾ ਇਹਦੀ ਵਸੋਂ ਹੋਈ ਹੈ। ਹੁਣ ਤਾਂ ਬਹੁਤੇ ਗੁਰੂ ਕੇ ਸਿੱਖਾਂ ਦੀ ਵਸੋਂ ਹੈ। ਸਰਹੰਦ ਤਾਂ ਢਾਹ ਦਿੱਤੀ ਖਾਲਸੇ ਨੇ, ਹੁਣ ਤਾਂ ਫਤਿਹਗੜ੍ਹ ਸਾਹਿਬ ਬਣਾ ਦਿੱਤਾ ਸਰਹੰਦ ਨੂੰ। ਇਸ ਕਰਕੇ ਉਹ ਜਿਹੜਾ ਵੱਡੇ ਕਈਆਂ ਕੋਹਾਂ ਵਿੱਚ ਵਸਦਾ ਸੀ, ਉਹ ਗੁਰੂ ਕੇ ਸਰਾਪ ਰੂਪੀ ਵਚਨਾਂ ਦੇ ਨਾਲ ਖਤਮ ਹੋ ਗਿਆ, ਨਾਸ ਹੋ ਗਿਆ। ਪਹੁੰਚੀ ਸੁਰਤ ਤੁਰਕਾਂ ਢਿਗ ਗੁਰ ਸਰਾਪ ਵਿਚਾਰਾ। ਤੇ ਤੁਰਕਾਂ ਦੇ ਪਾਸ ਵੀ ਇਹ ਖਬਰ ਪਹੁੰਚੀ ਹੈ, ਜਿਹੜੇ ਸਰਹੰਦ ਦੇ ਤੁਰਕਾ ਵਜੀਰ ਖਾਂ ਬਾਕੀ ਦੇ, ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਸਰਾਪ ਰੂਪੀ ਵਚਨ ਕੀਤਾ। ਉਹਨਾਂ ਨੇ ਵਚਨ ਕੀਤਾ ਕਿ ਸਰਹੰਦ ਉਜੜ ਜਾਵੇਗੀ, ਸਰਹੰਦ ਢਹਿ ਜਾਵੇਗੀ, ਸਰਹੰਦ ਖਤਮ ਹੋ ਜਾਵੇਗੀ। ਆਪ ਕਾਲ ਕੋ ਸਿਰ ਭੈ ਕਰ ਜੰਗ ਰਖਾ। ਕਿ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਈ ਜੰਗ ਅਖਾੜੇ ਕੀਤੇ ਸਾਡੇ ਨਾਲ, ਤੇ ਉਹ ਹੁਣ ਕਾਂਗੜਪੁਰ ਦੇ ਵਿੱਚ ਰੁਕੇ ਹੋਏ ਹਨ, ਭਾਵ ਦੀਨੇ ਕਾਂਗੜ ਠਹਿਰੇ ਹੋਏ ਹਨ। ਕਈ ਲਾਖ ਸਭਾ ਮੈਂ ਕਰਕੇ ਤੁਮ ਸਾਨਾ। ਤੇ ਕਈ ਲੱਖਾਂ ਫੌਜ, ਕਈ ਲਾਖ ਦਲ ਸੁਪਤ ਮੈਂ, ਕਈ ਲੱਖਾਂ ਸੂਰਮਿਆਂ ਦੇ ਵਿੱਚ ਘਮਸਾਣ ਦਾ ਯੁੱਧ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਪਰ ਸੂਰ ਸਭ ਦੇਸ਼ ਮੈਂ ਲੱਖੋਂ ਪਰਮਨਾ। ਤੇ ਲੱਖਾਂ ਦੁਸ਼ਮਣ ਸਾਡੇ, ਉਹ ਲੱਖਾਂ ਸਾਡੇ ਸਿਪਾਹੀ ਮਾਰ ਦਿੱਤੇ। ਬਾਬਾ ਜੀ ਉੱਚੀ ਨਾ ਬੋਲਿਆ ਕਰੋ ਭਾਈ ਜੀ, ਸਹੀ ਜੇ ਬੋਲਿਆ ਕਰੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਉਸ ਮੌਕੇ ਦੇ ਉੱਤੇ ਉਹ ਵਿਚਾਰਦੇ ਹਨ ਵਜ਼ੀਰ ਖਾਂ ਵੀ ਲੱਖਾਂ ਜਿਹੜੇ ਸਾਡੀ ਫੌਜ ਹੈ, ਲੱਖਾਂ ਦੁਸ਼ਮਣ ਹਾਲੋ ਘਮਸਾਣ ਦਾ ਯੁੱਧ ਕਰਕੇ, ਸੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਸਿਪਾਹੀ ਮਾਰ ਦਿੱਤੇ। ਪਰ ਉਹ ਸ਼ੋਕ ਸਭ ਦੇਸ਼ ਮੈਂ ਲੱਖੋਂ ਰਿਪਹਾਨਾ। ਤੇ ਉਹ ਆਪਣੇ ਲੱਖਾਂ ਦੁਸ਼ਮਣਾਂ ਨੂੰ ਮਾਰ ਕਰਕੇ, ਭਾਵ ਸਾਡੇ ਸਿਪਾਹੀਆਂ ਨੂੰ ਮਾਰ ਕਰਕੇ, ਤੇ ਸਾਡੇ ਦੇਸ਼ ਦੇ ਵਿੱਚ ਸ਼ੋਕ ਪੈਦਾ ਕਰਕੇ ਹੁਣ ਕਾਂਗੜ ਠਹਿਰੇ ਹੋਏ, ਦੀਨੇ ਨਗਰ ਦੇ ਵਿੱਚ ਠਹਿਰੇ ਹੋਏ ਹਨ। ਤੇ ਹੁਣ ਬਿਨਾਂ ਡਰ ਤੋਂ ਜੱਟਾਂ ਦੇ ਪਿੰਡ ਵਿੱਚ ਠਹਿਰੇ ਹੋਏ ਆ ਗੁਰੂ ਗੋਬਿੰਦ ਸਿੰਘ। ਉਹਨਾਂ ਨੂੰ ਕੋਈ ਡਰ ਨਹੀਂ ਹੈ। ਉਹ ਬਿਨਾਂ ਡਰ ਤੋਂ ਮਾਲਵੇ ਦੇ ਵਿੱਚ ਜੱਟਾਂ ਦੇ ਪਿੰਡ ਦੇ ਵਿੱਚ ਠਹਿਰੇ ਹੋਏ ਆ, ਦੀਨੇ ਪਿੰਡ ਦੇ ਵਿੱਚ, ਜੋ ਦੀਨਾ ਕਾਂਗੜ ਹੈ। ਤੇ ਇੰਨੀ ਸਾਡੀ ਫੌਜ ਮਾਰ ਦਿੱਤੀ ਹੈ, ਸਾਡੇ ਘਰ ਘਰ ਦੇ ਵਿੱਚ ਰੋਣਾ ਪਿੱਟਣਾ ਪਾ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਨੇ। ਦੁਰਗ ਬੜੀ ਸੈਨਾ ਨਹੀਂ ਧਨ ਨਾ। ਉਹ ਵਿਚਾਰਦੇ ਆ ਵਜ਼ੀਰ ਖਾਂ ਤੇ ਉਹਦੇ ਨਾਲ ਦੇ ਸਭਾ ਵਿੱਚ ਬੈਠਣ ਵਾਲੇ ਵੀ ਨਾ ਕੋਈ ਕਿਲ੍ਹਾ ਹੈ ਤੇ ਨਾ ਕੋਈ ਫੌਜ ਹੈ ਗੁਰੂ ਗੋਬਿੰਦ ਸਿੰਘ ਦੇ ਕੋਲੇ ਉੱਥੇ ਹੁਣ, ਤੇ ਨਾ ਉਹਦਾ ਆਪਣਾ ਕੋਈ ਘਰ ਹੈ ਤੇ ਨਾ ਧਾਨੀ ਹੈ, ਨਾ ਕੋਈ ਕਿਲ੍ਹਾ, ਨਾ ਫੌਜ ਹੈ, ਨਾ ਕੋਈ ਧਨ ਹੈ, ਤੇ ਨਾ ਧਾਮ, ਨਾ ਘਰ ਹੀ ਹੈ ਉੱਥੇ ਕੋਈ ਗੁਰੂ ਗੋਬਿੰਦ ਸਿੰਘ ਦਾ। ਸੁਣ ਕੇ ਇਹ ਗੱਲ ਜਦੋਂ ਆਪਣੀ ਸਭਾ ਵਾਲਿਆਂ ਤੋਂ ਸੁਣੀ ਹੈ ਨਾ ਵਜ਼ੀਰ ਖਾਨ ਨੇ, ਤੇ ਫਿਰ ਵਜ਼ੀਰ ਖਾਨ ਸਰਹੰਦ ਦੇ ਸੂਬੇ ਨੇ ਇੱਕ ਚਿੱਠੀ ਲਿਖੀ, ਇੱਕ ਪੱਤਰਕਾ ਲਿਖ ਕਰਕੇ ਤਾਂ ਭੇਜੀ ਹੈ। ਫਿਰ ਉਸ ਮੌਕੇ ਦੇ ਉੱਤੇ ਇੱਥੇ ਮਾਲਵੇ ਦੇ ਵਿੱਚ ਦੀਨੇ ਪਿੰਡ ਦੇ ਵਿੱਚ ਹੋਰ ਲਖਮੀਰ ਸਮੀਰ ਤੋਂ ਹੋਰ ਜਲ ਮਹਿ ਉਹਦੇ ਵਿੱਚ ਲਿਖਿਆ
ਲਿਖਿਆ ਹੈ ਕਿ ਹੇ ਭਾਈ ਸ਼ਮੀਰ, ਭਾਈ ਲਖਬੀਰ, ਤੁਸੀਂ ਡਰ ਨਹੀਂ ਪਾਇਆ ਹੈ ਸਾਡਾ, ਤੁਸੀਂ ਸਰਕਾਰ ਦਾ ਡਰ ਨਹੀਂ ਆਪਣੇ ਹਿਰਦੇ ਵਿੱਚ ਧਾਰਨ ਕੀਤਾ। ਪਾਤ ਸਾਹਿਬ ਬੰਦਾ ਨਹੀਂ ਗੁਰ ਦੁਸ਼ਮਨ ਸ਼ਾਹੂ। ਹੇ ਸ਼ਮੀਰ ਲਖਬੀਰ, ਤੁਸੀਂ ਇਹ ਡਰ ਨਹੀਂ ਧਾਰਨ ਕੀਤਾ। ਜੋ ਗੁਰੂ ਬਾਦਸ਼ਾਹ ਦਾ ਦੁਸ਼ਮਣ ਹੈ, ਬਾਦਸ਼ਾਹ ਦਾ ਜੋ ਬਾਗੀ ਬੰਦਾ ਹੈ, ਉਸ ਨੂੰ ਤੁਸੀਂ ਆਪਣੇ ਪਾਸ ਰੱਖਿਆ ਹੋਇਆ ਹੈ। ਜਹ ਦੀਜੇ ਹਮ ਕੋ ਅਬ ਬੈਠੋ ਤੁਮ ਪਾਹੂ। ਇਸ ਕਰਕੇ ਅਸੀਂ ਤੁਹਾਨੂੰ ਇਹ ਗੱਲ ਕਹਿੰਦੇ ਆ, ਤੁਸੀਂ ਉਹ ਪਾਤਸ਼ਾਹੀ ਬੰਦੇ, ਭਾਵ ਤੁਸੀਂ ਸਰਕਾਰ ਨਾਲ ਸੰਬੰਧ ਰੱਖਣ ਵਾਲੇ ਹੋ, ਸਾਡੇ ਬੰਦੇ ਹੋ, ਇਸ ਤਰ੍ਹਾਂ ਦਾ ਲਿਖਦੇ ਕਿ ਕਿਸੇ ਤਰੀਕੇ ਨਾਲ ਸਾਡੀ ਗੱਲ ਵਿੱਚ ਆ ਜਾਣ, ਸਾਡੇ ਕਹਿਣੇ ਵਿੱਚ ਆ ਜਾਣ, ਭਰਮ ਜਾਣ ਵੀ ਇਹ ਭਾਈ ਸ਼ਮੀਰ ਲਖਮੀਰ ਤੂੰ ਤਾਂ ਪਾਤਸ਼ਾਹੀ ਬੰਦਾ ਤੇ ਗੁਰੂ ਸਾਡਾ ਦੁਸ਼ਮਣ ਹੈ, ਇਹ ਸਰਕਾਰ ਦਾ ਬਾਦਸ਼ਾਹ ਦਾ ਦੁਸ਼ਮਣ ਹੈ, ਤੇ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਤੇ ਸਾਡੇ ਹਵਾਲੇ ਕਰ ਦਿਓ, ਕਿਉਂਕਿ ਗੁਰੂ ਗੋਬਿੰਦ ਸਿੰਘ ਤੁਹਾਡੇ ਪਿੰਡ ਵਿੱਚ ਬੈਠੇ ਹੋਏ ਹਨ। ਨਾਹੀਂ ਤਾਂ ਪਕੜੈ ਸਭ ਲਕੋ ਦੇ ਗੰਧ ਸਜਾਈ। ਨਹੀਂ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਨਾਲ ਹੀ ਫੜਿਆ ਜਾਵੇਗਾ। ਜਿੱਥੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਫੜਾਂਗੇ, ਉੱਥੇ ਤੁਹਾਨੂੰ ਵੀ ਨਾਲ ਫੜਿਆ ਜਾਵੇਗਾ, ਤੇ ਹੇ ਸ਼ਮੀਰ ਲਖਮੀਰ, ਤੁਹਾਨੂੰ ਵੀ ਬਹੁਤੀ ਸਜ਼ਾ ਦਿੱਤੀ ਜਾਵੇਗੀ, ਤੁਹਾਨੂੰ ਵੀ ਦੰਡ ਦਿੱਤਾ ਜਾਵੇਗਾ। ਲਸ਼ਕਰਿਆ ਕਰ ਲਿਖ ਕਰਾਈ। ਤੇ ਸਾਡੀ ਫੌਜ, ਸਾਡਾ ਲਸ਼ਕਰ ਉਮੜ ਕੇ ਆਵੇਗਾ, ਉਛਲ ਕੇ ਆਵੇਗੀ ਫੌਜ ਸਾਡੀ। ਇਸ ਕਰਕੇ ਸ਼ਮੀਰ ਲਖਮੀਰ, ਜਾਂ ਤੇ ਗੁਰੂ ਗੋਬਿੰਦ ਸਿੰਘ ਨੂੰ ਸਾਡੇ ਹਵਾਲੇ ਕਰ ਦਿਓ, ਤੇ ਜਾਂ ਫਿਰ ਆਪਣੀ ਤਕੜਾਈ ਕਰ ਲਓ, ਸਾਡੀ ਫੌਜ ਚੜ੍ਹ ਕੇ ਆਵੇਗੀ ਤੁਹਾਡੇ ਦੇ ਨਾਲ, ਤੁਹਾਡੇ ਉੱਤੇ, ਤੁਹਾਡੇ ਨਾਲ ਮੁਕਾਬਲਾ ਕਰੇਗੀ। ਭਲਾ ਚਾਹੇ ਕਹਿ ਬੀਜੀ ਇੱਕ ਤਮੈ ਚੱਲ ਜਾਏ। ਇਸ ਕਰਕੇ ਜੇ ਆਪਣਾ ਭਲਾ ਚਾਹੁੰਦੇ ਹੋ ਤੇ ਫੜ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਨੂੰ ਦੇ ਦਿਓ, ਕਿਤੇ ਚਲੇ ਨਾ ਜਾਣ, ਕਿਸੇ ਪਾਸੇ ਨਾ ਤੁਰ ਜਾਣ। ਸੁਣ ਲਖਮੀਰ ਸ਼ਮੀਰ ਸਾਹਿਬ ਤਬ ਸਭ ਗਾਥ ਸੁਣਾਈ। ਤਾਂ ਉਸ ਮੌਕੇ ਦੇ ਉੱਤੇ ਵਜੀਦ ਖਾਂ ਸਰਹੰਦ ਦੇ ਸੂਬੇ ਦੀ ਚਿੱਠੀ ਸੁਣ ਕੇ, ਚਿੱਠੀ ਲਿਆਉਣ ਵਾਲਾ ਸਰਹੰਦ ਤੋਂ ਚਿੱਠੀ ਲੈ ਕੇ ਦੀਨੇ ਪਹੁੰਚਿਆ। ਉਹਨੇ ਚਿੱਠੀ ਸੁਣਾਈ। ਚਿੱਠੀ 'ਚ ਕੁਝ ਲਿਖਿਆ ਹੈ ਕਿ ਹੇ ਸ਼ਮੀਰ ਲਖਮੀਰ, ਗੁਰੂ ਗੋਬਿੰਦ ਸਿੰਘ ਜੀ ਨੂੰ ਫੜ ਕੇ ਸਾਡੇ ਹਵਾਲੇ ਕਰ ਦੇ, ਨਹੀਂ ਤੇ ਸਾਡੀ ਫੌਜ ਚੜ੍ਹ ਕੇ ਆਉਣੀ ਤੇ ਤੁਹਾਨੂੰ ਵੀ ਨਾਲ ਫੜ ਕੇ ਲੈ ਜਾਵੇ। ਇਹਨੇ ਚਿੱਠੀ ਸੁਣੀ ਹੈ ਤੇ ਉਸ ਮੌਕੇ ਦੇ ਉੱਤੇ ਉਸ ਚਿੱਠੀ ਦਾ ਫਿਰ ਜਵਾਬ ਦਿੱਤਾ ਹੈ। ਹਮਰੇ ਜਿਸ ਗੁਰ ਪੀਰ ਹੈ ਵਿਚਰਤ ਚਲੇ ਆਏ। ਇਹਨੇ ਜਵਾਬ ਇਹ ਦਿੱਤਾ ਕਿ ਇਹ ਤਾਂ ਸਾਡੇ ਗੁਰੂ ਪੀਰ ਹਨ, ਗੁਰੂ ਗੋਬਿੰਦ ਸਿੰਘ ਜੀ, ਤੇ ਵਿਚਰਦਿਆਂ ਹੋਇਆਂ ਇਹ ਸਾਡੇ ਕੋਲੇ ਆ ਗਏ, ਸਾਡੇ ਨਗਰ ਦੇ ਵਿੱਚ। ਇਸ ਕਰਕੇ ਅਸੀਂ ਇਹਨਾਂ ਦੀ ਪੂਜਾ ਸੇਵਾ ਕਰ ਰਹੇ ਹਾਂ। ਕਿਮਨੇ ਖਾਨੇ ਸੇਵਕੋ ਜਨ ਤੇ ਗਤ ਪਾਏ। ਕਿਉਂਕਿ ਅਸੀਂ ਤਾਂ ਇਹਨਾਂ ਕੋਲੋਂ ਮੁਕਤੀ ਹਾਸਲ ਕਰਦੇ ਹਾਂ, ਅਸੀਂ ਇਹਨਾਂ ਦੇ ਕੋਲੋਂ ਗਤ ਪ੍ਰਾਪਤ ਕਰਦੇ ਹਾਂ। ਤੇ ਕਿਵੇਂ ਅਸੀਂ ਆਪਣੇ ਗੁਰੂ ਪੀਰ ਦੀ ਸੇਵਾ ਨਾ ਕਰੀਏ? ਸਾਡੇ ਗੁਰੂ ਪੀਰ ਵਾ ਤੇ ਸਾਡੇ ਕੋਲੇ ਆਏ ਆ ਦਰਸ਼ਨ ਦੇਣ ਵਾਸਤੇ, ਤੇ ਅਸੀਂ ਆਪ ਭਾਵਨਾ ਦੇ ਨਾਲ ਇਹਨਾਂ ਦੀ ਸੇਵਾ ਕਰ ਰਹੇ ਹਾਂ। ਤੁਮ ਆਪਣੇ ਵਿੱਚ ਲਿਖੀਏ ਪੀਰ ਕੋ ਸੇਵੋ। ਹੇ ਵਜੀਦ ਖਾਂ ਸਰਹੰਦ ਦੇ ਸੂਬੇ, ਤੂੰ ਆਪਣੀ ਤਰਫ ਵੇਖਣਾ ਕਰ, ਤੂੰ ਆਪਣੇ ਪੀਰਾਂ ਦੀ ਸੇਵਾ ਕਰ, ਅਸੀਂ ਤੈਨੂੰ ਰੋਕਦੇ। ਤੂੰ ਆਪਣੇ ਪੀਰਾਂ ਦੀ ਸੇਵਾ ਕਰ ਤੇ ਸਾਨੂੰ ਆਪਣੇ ਪੀਰ ਦੀ ਸੇਵਾ ਕਰਨ ਦੇ। ਸਾਨੂੰ ਆਪਣੇ ਗੁਰੂ ਪੀਰ ਦੀ ਸੇਵਾ ਕਰਨ ਦੇ ਤੇ ਤੁਸੀਂ ਆਪਣੇ ਗੁਰੂ ਪੀਰ ਦੀ ਸੇਵਾ ਕਰੋ। ਘਰ ਰੱਖੋ ਭਾਖੋ ਮਿਰਗਲ ਸਭ ਕੁਝ ਗੁਣ ਦਿਓ। ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਪੀਰਾਂ ਨੂੰ ਰੱਖੋ, ਮਿੱਠੇ ਬੋਲ ਉਹਨਾਂ ਨਾਲ ਬੋਲੋ, ਭਾਵੇਂ ਸਭ ਕੁਝ ਦੇਵੋ। ਇਹ ਵਜੀਦ ਖਾਂ, ਇਹ ਤੁਹਾਡੀ ਗੱਲਬਾਤ ਹੈ, ਤੁਸੀਂ ਜਿਵੇਂ ਮਰਜ਼ੀ ਆਪਣੇ ਪੀਰਾਂ ਦੀ ਸੇਵਾ ਕਰੋ। ਇਸੇ ਤਰ੍ਹਾਂ ਜਿਵੇਂ ਤੁਸੀਂ ਕਰਦੇ ਹੋ, ਅਸੀਂ ਵੀ ਆਪਣੇ ਪੀਰ ਦੀ ਸੇਵਾ ਕਰ ਰਹੇ ਹਾਂ। ਕਹਿ ਭੇਜੋ ਤਿਨ ਪਾਸ ਪਠ ਮਾਨਸ ਮਾਨਵ ਰੱਖ। ਇਸ ਤਰ੍ਹਾਂ ਕਹਿ ਕਰਕੇ ਉਹ ਜਿਹੜਾ ਚਿੱਠੀ ਦੇਣ ਵਾਸਤੇ ਆਇਆ ਸੀ ਨਾ, ਉਹਨੂੰ ਕਹਿ ਕਰਕੇ ਜਵਾਬ ਭਾਈ ਸ਼ਮੀਰ ਨੇ, ਭਾਈ ਲਖਮੀਰ ਨੇ ਭੇਜ ਦਿੱਤਾ, ਤੇ ਇੱਕ ਬੰਦਾ ਆਪਣਾ ਵੀ ਭੇਜ ਦਿੱਤਾ। ਇਹ ਬੜੀ ਜ਼ਰੂਰਤ ਵਾਲੀ ਗੱਲ ਆ, ਬੜੀ ਵੱਡੀ ਗੱਲ ਵਾ ਇਹ, ਕਿਉਂਕਿ ਸਰਹੰਦ ਦੇ ਸੂਬੇ ਨੇ ਆਖਿਆ ਕਿ ਤੁਹਾਨੂੰ ਵੀ ਨਾਲ ਫੜ ਲਵਾਂਗੇ ਜੇ ਨਾ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰਵਾਇਆ। ਤੇ ਉਹਨੇ ਜਵਾਬ ਦਿੱਤਾ ਵੀ ਸੂਬਿਆ, ਤੂੰ ਆਪਣੇ ਪੀਰਾਂ ਦੀ ਸੇਵਾ ਕਰਦਾ ਹੀ, ਅਸੀਂ ਕਿਹੜਾ ਤੈਨੂੰ ਰੋਕਦੇ, ਤੂੰ ਕਰੀ ਕਰ।
ਤੇ ਸਾਡਾ ਪੀਰ ਸਾਡੇ ਘਰੇ ਆਇਆ ਤੇ ਸਾਨੂੰ ਵੀ ਸੇਵਾ ਕਰਨ ਦੇ। ਇਸ ਕਰਕੇ ਇਹ ਜਿਹੜਾ ਜਵਾਬ ਦੇ ਕਰਕੇ ਭੇਜ ਦਿੱਤਾ ਹੈ ਤੇ ਨਾਲ ਆਪਣਾ ਇੱਕ ਆਦਮੀ ਭੇਜ ਦਿੱਤਾ ਤੇ ਉਹਨੂੰ ਆਖਿਆ ਕਿ ਤੂੰ ਨਿਗਰਾਨੀ ਰੱਖੀ ਉੱਥੇ ਸਾਰੀ। ਚੜ੍ਹੇ ਸੈਨ ਤੋਂ ਦੇ ਸੁਧ ਸਵਧਾਨੀ ਭਾਖਾ। ਜਿਹੜਾ ਆਪਣਾ ਆਦਮੀ ਭੇਜਿਆ ਨਾ ਸਰਹੰਦ, ਉਹਨੂੰ ਆਖਿਆ ਕਿ ਜੇ ਉੱਥੋਂ ਸਰਹੰਦ ਦਾ ਸੂਬਾ ਫੌਜ ਚੜਾਵੇ ਸਤਿਗੁਰੂ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਇੱਥੇ ਦੀਨੇ ਪਿੰਡ ਵੱਲ ਨੂੰ, ਤੇ ਤੂੰ ਫਿਰ ਸਾਨੂੰ ਖਬਰ ਦੇ ਦੇਣੀ ਛੇਤੀ ਛੇਤੀ। ਪੂਰੀ ਚੰਗੀ ਤਰ੍ਹਾਂ ਨਿਗਰਾਨੀ ਰੱਖੀ, ਸਾਵਧਾਨ ਹੋ ਕੇ ਰਹੀ। ਜਦੋਂ ਸਰਹੰਦ ਦਾ ਸੂਬਾ ਫੌਜ ਚੜਾਵੇਗਾ ਤੇ ਉਸੇ ਵੇਲੇ ਸਾਨੂੰ ਸਾਰੀ ਖਬਰ ਦੇ ਦਵੀਂ। ਚਿਤ ਸਤਿਗੁਰ ਸੁਧਾਰਨ ਚਾਕਰ ਕੰਨ ਰਾਖੀ। ਇਧਰਲੇ ਪਾਸੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ, ਤਿਆਰ ਬਰ ਤਿਆਰ ਸਾਵਧਾਨ ਹੈ, ਕਿਉਂਕਿ ਸਤਿਗੁਰੂ ਤੇ ਕਦੇ ਢਿੱਲੇ ਪਏ ਹੀ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੌਣੇ 42 ਸਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਰੀਰ ਕਾਰ ਬੁਲਾਏ, ਪੌਣੇ 42 ਸਾਲ, ਤੇ ਕਦੇ ਢਿੱਲੇ ਨਹੀਂ ਪਏ ਮਹਾਰਾਜ, ਤਿਆਰ ਬਰ ਤਿਆਰ ਹੀ ਰਿਹਾ ਹੋਇਆ। ਸਤਿਗੁਰੂ ਸਾਹਿਬ ਜੀ ਸਾਵਧਾਨ ਹਨ, ਤੇ ਜਿੱਥੇ ਅੰਮ੍ਰਿਤ ਛਕ ਕੇ ਬਹੁਤੇ ਗੁਰੂ ਕੇ ਸਿੰਘ ਸਜੇ, ਉੱਥੇ ਸਤਿਗੁਰੂ ਜੀ ਨੇ ਦੀਨੇ ਪਿੰਡ ਦੇ ਵਿੱਚ ਬਹੁਤੇ ਚਾਕਰ ਵੀ ਰੱਖ ਲਏ, ਬਹੁਤੇ ਨੌਕਰ ਵੀ ਰੱਖੇ, ਉਸ ਵੇਲੇ ਭਰਤੀ ਕੀਤੇ। ਪੈਦਲ ਗਨ ਸਵਾਰ ਸੁਣ ਰਨ ਕਾਠੇ। ਉਸ ਵੇਲੇ ਪੈਦਲ ਕਈ ਪੈਦਲ ਫੌਜ ਵੀ ਮਹਾਰਾਜ ਸਾਹਿਬ ਜੀ ਨੇ ਰੱਖੀ ਹੈ, ਬਹੁਤੇ ਅਸਵਾਰ ਘੋੜ ਸਵਾਰ ਵੀ ਰੱਖੇ, ਜਿਹੜੇ ਦੁਸ਼ਮਣ ਦੇ ਨਾਲ ਜੰਗ ਕਰਨ ਦੀ ਕਾਂਖਾ ਰੱਖਣ ਵਾਲੇ, ਇੱਛਾ ਰੱਖਣ ਵਾਲੇ ਸੂਰਬੀਰ ਬਹਾਦਰ ਹਨ। ਤਿਸੀ ਚੁਬਾਰੇ ਮੋਦਰ ਰਹਿ ਸਹਿ ਸੁਭਾਉ। ਉਸ ਭਾਈ ਦੇਸੂ ਦੇ ਚੁਬਾਰੇ ਦੇ ਵਿੱਚ, ਦੀਨੇ ਪਿੰਡ ਦੇ ਵਿੱਚ ਸਤਿਗੁਰੂ ਜੀ ਸਥਿਤ ਹਨ, ਟਿਕੇ ਹੋਏ ਆ, ਸਹਿਜ ਸੁਭਾਅ ਟਿਕੇ ਹੋਏ ਹਨ। ਗਹਿ ਕਰਜ਼ ਕੋ ਕਾਰ ਵਿਖੇ ਅੰਗੁਰੀ ਖਦ ਪਰਚਾਉ। ਤੇ ਕਈ ਵਾਰੀ ਮਹਾਰਾਜ ਸਾਹਿਬ ਜੀ ਛੋਟੀ ਕਿਰਪਾਨ ਲੈ ਕੇ ਨਾ, ਜਿਹੜੀ ਛੋਟੀ ਸ੍ਰੀ ਸਾਹਿਬ, ਉਹ ਲੈ ਕਰਕੇ ਤੇ ਆਪਣੀ ਉਂਗਲੀ ਖੁਰਚਣ ਲੱਗ ਪੈਂਦੇ। ਕਿਰਪਾਨ ਮਹਾਰਾਜ ਸਾਹਿਬ ਜੀ ਆਪਣੀ ਉਂਗਲੀ ਦੇ ਉੱਤੇ ਫੇਰਨ ਲੱਗ ਪੈਂਦੇ ਹਨ। ਇੱਕ ਦਿਨ ਫਿਰ ਲਖਮੀਰ ਬਿਗ ਬੋਲੋ ਕਰ ਬੰਦੇ। ਇੱਕ ਦਿਨ ਭਾਈ ਲਖਮੀਰ ਮਹਾਰਾਜ ਸਾਹਿਬ ਜੀ ਦੇ ਪਾਸ ਖਲੋਤਾ ਹੋਇਆ ਸੀ, ਤੇ ਭਾਈ ਲਖਮੀਰ ਨੇ ਵੇਖਿਆ ਕਿ ਸਤਿਗੁਰੂ ਜੀ ਛੋਟੀ ਕਿਰਪਾਨ ਦੇ ਨਾਲ ਆਪਣੀ ਉਂਗਲੀ ਖੁਰਚ ਰਹੇ, ਫੇਰ ਰਿਹਾ ਕਿਰਪਾਨ ਨੂੰ ਆਪਣੀ ਉਂਗਲੀ ਦੇ ਉੱਤੇ, ਤੇ ਦੋਵੇਂ ਹੱਥ ਜੋੜੇ ਭਾਈ ਲਖਮੀਰ ਨੇ। ਆਖਿਆ ਮਹਾਰਾਜ ਆਪ ਇਹ ਕਿਰਪਾਨ ਦੇ ਨਾਲ ਆਪਣੀ ਉਂਗਲੀ ਦੇ ਉੱਤੇ ਕਿਉਂ ਕਿਰਪਾਨ ਫੇਰ ਰਹੇ, ਉਂਗਲੀ ਨੂੰ ਕਿਉਂ ਛਿੱਲ ਰਹੇ ਹੋ, ਇਹਦਾ ਕੀ ਵੱਡਾ ਕਾਰਨ ਹੈ। ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਤੁਰਕਾਂ ਦੀ ਜੜ ਕੱਟ ਰਹੇ, ਇਹ ਤੁਰਕਾਂ ਜ਼ਾਲਮਾਂ ਦੀ ਜੜ ਵੱਢ ਰਹੇ ਆ, ਜਿਹੜੀ ਅਤਿਸ਼ੈ ਕਰਕੇ ਦ੍ਰਿੜ ਪੱਕੀ ਹੈ, ਅਤਿਸ਼ੈ ਕਰਕੇ ਬਹੁਤ ਕਰਕੇ ਜਿਹੜੀ ਪੱਕੀ ਹੈ ਨਾ, ਉਹਨਾਂ ਜ਼ਾਲਮ ਤੁਰਕਾਂ ਦੀ ਜੜ ਵੱਢ ਰਹੇ। ਭਾਵੇਂ ਮਹਾਰਾਜ ਸਾਹਿਬ ਜੀ ਨੇ ਵਚਨ ਪਹਿਲਾਂ ਵੀ ਕਰ ਦਿੱਤਾ ਲੰਮੇ ਜੱਟ ਤੋਂ, ਕਾਈ ਦਾ ਬੂਟਾ ਪੁੱਟਿਆ ਸੀ ਤੇ ਮਹਾਰਾਜ ਸਾਹਿਬ ਜੀ ਨੇ ਉੱਥੇ ਵੀ ਵਚਨ ਕੀਤਾ ਸੀ ਮੌਜ ਦੇ ਮਾਲ। ਇੱਥੇ ਫੇਰ ਮਹਾਰਾਜ ਉਂਗਲੀ ਤੇ ਛੋਟੀ ਕਿਰਪਾਨ ਫੇਰਦਿਆਂ ਹੋਇਆਂ ਭਾਈ ਲਖਮੀਰ ਦੇ ਪੁੱਛਣ ਤੇ ਆਖਿਆ ਕਿ ਇਹ ਤੁਰਕਾਂ ਦੀ ਜੜ ਵੱਢ ਰਹੇ ਹਾਂ। ਭਵਿੱਖ ਦੇ ਸਮੇਂ, ਆਉਣ ਵਾਲੇ ਸਮੇਂ ਵਿੱਚ ਇਹ ਸਾਰੇ ਨਾਸ ਹੋ ਜਾਣਗੇ, ਕਿਸੇ ਪਾਸੇ ਪ੍ਰਾਪਤ ਨਹੀਂ ਹੋਣਗੇ ਜ਼ਾਲਮ ਇਹ ਤੁਰਕ ਜਿਹੜੇ ਹਨ। ਭਾਈ ਮਾਨ ਸਿੰਘ ਜੀ ਨੇ ਉਸ ਵੇਲੇ ਬੇਨਤੀ ਕੀਤੀ, ਕਹਿਣ ਲੱਗੇ ਕਿ ਮਹਾਰਾਜ ਇਹਨਾਂ ਤੁਰਕਾਂ ਨੇ ਤੇ ਆਪਣਾ ਈਮਾਨ ਹੀ ਨਾਸ ਕਰ ਦਿੱਤਾ, ਆਪਣਾ ਧਰਮ ਹੀ ਇਹਨਾਂ ਨੇ ਤਿਆਗ ਦਿੱਤਾ, ਤੁਰਕਾਂ ਜ਼ਾਲਮਾਂ ਨੇ। ਮਹਾਰਾਜ ਪਹਿਲਾਂ ਨਰੰਗੇ ਨੂੰ ਖਤਮ ਕਰੋ, ਔਰੰਗਜ਼ੇਬ ਨੂੰ, ਜਿਸ ਨੇ ਜਹਾਨ ਦੇ ਵਿੱਚ ਵੱਡਾ ਉਪਦਰ ਪੈਦਾ ਕੀਤਾ ਹੋਇਆ, ਜਿਸ ਨੇ ਮਹਾਰਾਜ ਇਹ ਧੁੰਦ ਮਚਾਇਆ ਹੋਇਆ ਹੈ, ਉਪਦਰ ਮਚਾਇਆ ਹੋਇਆ, ਜ਼ੁਲਮ ਮਚਾਇਆ ਹੋਇਆ ਸੰਸਾਰ ਦੇ ਵਿੱਚ। ਸਭ ਤੋਂ ਪਹਿਲਾਂ ਇਸ ਔਰੰਗਜ਼ੇਬ ਨੂੰ ਮਾਰਨਾ ਕਰੋ। ਤੇ ਫਿਰ ਮਹਾਰਾਜ ਜਿਹੜਾ ਇਹ ਵਜੀਦਾ ਹੈ, ਵਜੀਦ ਖਾਨ ਸਰਹੰਦ ਦਾ ਸੂਬਾ, ਇਹਦੇ ਤੋਂ ਅੱਜ ਹੋਰ ਪਾਪੀ ਜ਼ਾਲਮ ਹਨ,
ਇਹ ਵੀ ਪਾਪ ਦਾ ਫਲ ਪਾਉਣ, ਇਹਨਾਂ ਨੂੰ ਵੀ ਸੋਧਾ ਲਾਓ, ਇਹਨਾਂ ਨੂੰ ਵੀ ਖਤਮ ਕਰੋ। ਜਗਤ ਬਲੋਕਤ ਜਾਨ ਹੈ, ਪਾਪੀ ਸਭ ਜਾਵੈ। ਮਹਾਰਾਜ ਸੰਸਾਰ ਵੇਖੇ ਇਹਨਾਂ ਨੂੰ ਨਾਸ ਹੁੰਦਿਆਂ ਨੂੰ, ਔਰੰਗਜ਼ੇਬ ਨੂੰ, ਵਜ਼ੀਰ ਖਾਨ ਨੂੰ ਤੇ ਹੋਰ ਜਿਹੜੇ ਜ਼ਾਲਮ ਪਾਪੀ ਆ ਸੰਸਾਰ ਦੇ ਲੋਕ ਵੇਖਣ ਇਹਨਾਂ ਨੂੰ, ਇਹ ਪਾਪੀ ਖੱਪ ਜਾਣ, ਨਾਸ ਹੋ ਜਾਣ, ਇਹਨਾਂ ਦਾ ਖਾਤਮਾ ਹੋ ਜਾਵੇ। ਤੇ ਸੰਸਾਰ ਦੇ ਲੋਕ ਵੇਖਣ ਵੀ ਇਹ ਸਰਹੰਦ ਦੇ ਸੂਬੇ ਨੇ ਪਾਪ ਕੀਤਾ ਸੀ, ਉਹਦਾ ਖਾਤਮਾ ਹੋਇਆ। ਔਰੰਗਜ਼ੇਬ ਨੇ ਜ਼ੁਲਮ ਕਮਾਇਆ, ਉਹਦਾ ਖਾਤਮਾ ਹੋਇਆ। ਇਹ ਭਾਈ ਮਾਨ ਸਿੰਘ ਨੇ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਕਿਰਪਾ ਕਰੋ, ਔਰੰਗਜ਼ੇਬ ਨੂੰ ਵੀ ਉਹਦੀ ਕੀਤੀ ਦਾ ਫਲ ਮਿਲੇ, ਸਰਹੰਦ ਦੇ ਸੂਬੇ ਨੂੰ ਵੀ ਉਹਦੀ ਕੀਤੀ ਦਾ ਫਲ ਮਿਲੇ, ਬਾਕੀ ਜਿੰਨੇ ਜ਼ੁਲਮ ਕਰਨ ਵਾਲੇ ਪਾਪੀ, ਇਹਨਾਂ ਪਾਪੀਆਂ ਨੂੰ ਉਹਨਾਂ ਦੀ ਕੀਤੀ ਦਾ ਫਲ ਮਿਲਣਾ ਚਾਹੀਦਾ। ਕਲਗੀਧਰ ਪਾਤਸ਼ਾਹ ਸ੍ਰੀ ਮੁਖ ਜੀ ਕਹੇ ਜਾਂਦੇ ਤੇ ਸੁਭਾਇਮਾਨ ਮੁਖ ਤੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ। ਕਹਿਣ ਲੱਗੇ ਭਾਈ ਮਾਨ ਸਿੰਘ ਜੀ, ਜੰਗ ਕਰਨ ਦੇ ਨਾਲ ਵੀ ਔਰੰਗਜ਼ੇਬ ਨਾਸ ਹੋ ਸਕਦਾ। ਜੇ ਹੁਣ ਜਾਈਏ ਨਾ ਕਿ ਉਹਦਾ ਮੁਕਾਬਲਾ ਕਰੀਏ ਤੇ ਜੰਗ ਯੁੱਧ ਕਰੀਏ ਔਰੰਗਜ਼ੇਬ ਦੇ ਨਾਲ, ਤੇ ਜੰਗ ਕਰਕੇ ਵੀ ਉਹਨੂੰ ਮਾਰ ਸਕਦੇ ਹਾਂ। ਦੂਰ ਦੇਸ਼ ਦਰਸ਼ਨ ਵਿਖੇ ਹੈ ਅਨਪੜ੍ਹ ਚੰਗਾ। ਪਰ ਇਸ ਮੌਕੇ ਦੇ ਉੱਤੇ ਬਹੁਤ ਦੂਰ ਦੇਸ਼ ਦੇ ਵਿੱਚ ਬੈਠਾ ਹੋਇਆ ਔਰੰਗਜ਼ੇਬ, ਦੱਖਣ ਦੇ ਵਿੱਚ ਅਹਿਮਦਨਗਰ ਦੇ ਵਿੱਚ ਸੀ ਉਹਨਾਂ ਦਿਨਾਂ ਦੇ ਵਿੱਚ ਔਰੰਗਜ਼ੇਬ। ਇਹ ਦੱਖਣ ਦੇ ਵਿੱਚ ਅਹਿਮਦਨਗਰ ਦੇ ਵਿੱਚ ਬੈਠਾ ਹੋਇਆ ਹੈ। ਤੇ ਜਿਹੜਾ ਇਹ ਹੁਣ ਢੰਗਾ, ਇਹ ਤਰੀਕਾ ਹੈ, ਇਹ ਅਣਬਣ ਹੈ। ਭਾਵ ਜੇ ਉੱਥੇ ਜਾਈਏ ਤੇ ਉਹਦਾ ਮੁਕਾਬਲਾ ਕਰੀਏ, ਸਾਹਮਣਾ ਜੰਗ ਕਰੀਏ, ਤੇ ਫਿਰ ਉੱਥੇ ਜਾ ਕੇ ਉਹਨੂੰ ਮਾਰਿਆ ਜਾ ਸਕਦਾ ਹੈ। ਪਰ ਮਹਾਰਾਜ ਕਹਿੰਦੇ ਕਿ ਹੁਣ ਉੱਥੇ ਉਹਦੇ ਨਾਲ ਜੰਗ ਨਹੀਂ ਕਰਨਾ ਚਾਹੀਦਾ। ਹੁਣ ਅਸੀਂ ਫਤਿਹ ਦੀ ਚਿੱਠੀ ਲਿਖਦੇ ਹਾਂ, ਜ਼ਫਰਨਾਮਾ ਲਿਖਦੇ ਆ ਤੇ ਲਿਖ ਕੇ ਭੇਜਦੇ ਆ, ਜਿਸ ਨੂੰ ਪੜ੍ਹ ਕਰਕੇ ਉਹ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਪੜ੍ਹਦਿਆਂ ਸਾਰੀ ਉਹ ਮਰ ਜਾਵੇਗਾ। ਭਾਵ ਪੜ੍ਹਨ ਤੋਂ ਬਾਅਦ ਮਰ ਜਾਵੇਗਾ। ਕਿ ਜਿਸ ਨੂੰ ਪੜ੍ਹਨ ਦੇ ਨਾਲ ਜੋ ਕੁਝ ਉਹਨੇ ਕੀਤਾ ਉਹ ਤਸਵੀਰ ਉਹਦੇ ਸਾਹਮਣੇ ਆਵੇਗੀ, ਜੋ ਜ਼ੁਲਮ ਕੀਤਾ, ਜੋ ਪਾਪ ਕਮਾਇਆ। ਤੇ ਜਿਸ ਨੂੰ ਪੜ੍ਹਨ ਤੋਂ ਬਾਅਦ ਫਿਰ ਉਸ ਦੀ ਮੌਤ ਹੋ ਜਾਵੇਗੀ। ਮਾਰੇ ਕਿਤੇ ਔਰੰਗੇ ਨੂੰ ਤੇ ਜ਼ਫਰਨਾਮੇ ਨਾਲ ਮਾਰ ਦਿੰਦੇ। ਇਹਦੇ ਤੇ ਫਿਰ ਕਈਆਂ ਗੁਰਮੁਖਾਂ ਨੇ ਆਪਣੇ ਤਰੀਕੇ ਨਾਲ ਭਾਵਨਾ ਨਾਲ ਕਵਿਤਾ ਲਿਖੀਆਂ। ਇੱਥੇ ਤੇ ਬਚਨ ਆਇਆ ਵਾ ਵੀ ਜ਼ਫਰਨਾਮਾ ਭੇਜਦੇ ਆ, ਜਿਸ ਨੂੰ ਪੜ੍ਹਨ ਨਾਲ ਔਰੰਗਜ਼ੇਬ ਮਰ ਜਾਵੇਗਾ। ਇਹਦੇ ਤੇ ਗੁਰਮੁਖਾਂ ਨੇ, ਗੁਰੂ ਘਰ ਦੇ ਕਵੀਆਂ ਨੇ, ਕਵੀਸ਼ਰਾਂ ਸਿੰਘਾਂ ਨੇ ਫਿਰ ਕਵਿਤਾ ਲਿਖੀਆਂ। ਉਹ ਕਹਿੰਦੇ ਵੀ ਮਹਾਰਾਜ ਸਾਹਿਬ ਜੀ ਨੇ ਕਿ ਕਲਮ ਨਾਲ ਮਾਰਤਾ ਔਰੰਗਜ਼ੇਬ ਨੂੰ। ਕਲਮ ਨਾਲ, ਇਹ ਕਲਮ ਨਾਲ ਲਿਖ ਕਰਕੇ, ਕਲਮ ਦੀ ਤਾਕਤ ਬਹੁਤ ਵੱਡੀ ਆ, ਛੋਟੀ ਨਹੀਂ। ਕਲਮ ਨਾਲ ਸਤਿਗੁਰੂ ਸਾਹਿਬ ਜੀ ਨੇ ਸਾਰੀ ਬਾਣੀ ਲਿਖੀ ਹੈ। ਤੇ ਉਹ ਕਲਮ ਦੇ ਨਾਲ ਫਿਰ ਜ਼ਫਰਨਾਮਾ ਲਿਖ ਕਰਕੇ ਜਿਹੜਾ ਭੇਜਿਆ ਤੇ ਉਸ ਨੂੰ ਪੜ੍ਹਿਆ, ਕਿ ਉਸ ਤੋਂ ਬਾਅਦ ਫਿਰ ਔਰੰਗਾ ਪਛਤਾਉਂਦਾ ਹੋਇਆ, ਆਪਣੇ ਆਪ ਨੂੰ ਆਪੇ ਲਾਹਣਤਾਂ ਪਾਉਂਦਾ ਹੈ ਮਰਿਆ। ਤਾਂ ਸਤਿਗੁਰੂ ਕਹਿਣ ਲੱਗੇ ਵੀ ਇਹਨੂੰ ਤਾਂ ਜ਼ਫਰਨਾਮੇ ਨਾਲ ਮਾਰਾਂਗੇ। ਜ਼ਫਰਨਾਮੇ ਦਾ ਮਤਲਬ ਹੈ ਜਿੱਤ ਦੀ ਚਿੱਠੀ। ਜ਼ਫਰ ਕਹਿੰਦੇ ਜਿੱਤ ਨੂੰ, ਨਾਮਾ ਕਹਿੰਦੇ ਚਿੱਠੀ ਪੱਤਰ ਨੂੰ। ਫਤਿਹ ਦੀ ਚਿੱਠੀ, ਜਿੱਤ ਦੀ ਚਿੱਠੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੇਖੋ, ਇਹ ਨਹੀਂ ਆਖਿਆ ਵੀ ਸਾਡੀ ਹਾਰ ਹੋਈ, ਮਹਾਰਾਜ ਦੀ ਹਾਰ ਤੇ ਹੋਈ ਨਹੀਂ। ਗੁਰੂ ਸਾਹਿਬ ਦੀ ਜਿੱਤ ਵੇਖੋ, ਜਿੱਤ ਦੀ ਚਿੱਠੀ ਲਿਖੀ ਗਰੀਬ ਨਵਾਜ ਸਾਹਿਬ, ਫਤਿਹ ਦੀ ਚਿੱਠੀ ਵੀ ਔਰੰਗਿਆ ਤੂੰ ਹਾਰਿਆ ਤੇ ਅਸੀਂ ਜਿੱਤੇ ਆ। ਗਰੀਬ ਨਵਾਜ ਸਾਹਿਬ ਜੀ ਨੇ ਜ਼ਫਰਨਾਮਾ ਭੇਜ ਕੇ ਤੇ ਸਤਿਗੁਰੂ ਜੀ ਕਹਿਣ ਲੱਗੇ ਜਿਹੜੇ ਬਾਕੀ ਹਨ, ਅਪਰੰਤ ਤੇ ਪਲਟਾ ਲਹੇ ਮਮ ਪੰਥ ਵਡਾਈ। ਬਾਕੀ ਜਿਹੜੇ ਵਜ਼ੀਰ ਖਾਂ ਤੇ ਹੋਰ ਹਨ, ਸਮਾਣੇ ਸਢੌਰੇ ਵਾਲੇ ਆਦਿਕ, ਉਹਨਾਂ ਸਾਰਿਆਂ ਤੋਂ ਮੇਰਾ ਖਾਲਸਾ ਪੰਥ ਪਲਟਾ ਲਵੇਗਾ, ਬਦਲਾ ਲਵੇਗਾ। ਇਹ ਵਡਿਆਈ ਜਿਹੜੀ ਇਹ ਪੰਥ ਨੂੰ ਦਿੱਤੀ ਵੀ ਇਹ ਪੰਥ ਆ ਕਰਕੇ ਹੁਣ ਸੋਧਾ ਲਾਵੇਗਾ, ਉਹਨਾਂ ਨੂੰ ਮੁਕਾਬਲਾ ਕਰੇਗਾ ਤੇ ਸੋਧਾ ਲਾਵੇਗਾ ਜ਼ਾਲਮਾਂ ਦਾ। ਤੇ ਔਰੰਗਜ਼ੇਬ ਨੂੰ ਹੁਣ ਜ਼ਫਰਨਾਮਾ ਲਿਖ ਕੇ ਇਹਨੂੰ ਖਤਮ ਕਰਾਂਗੇ। ਤੇ ਕਲਗੀਧਰ ਪਾਤਸ਼ਾਹ ਨੇ ਫੇਰ ਦੀਨੇ ਨਗਰ ਦੇ ਵਿੱਚ ਸਾਧ ਸੰਗਤ ਜੀ ਜ਼ਫਰਨਾਮਾ ਲਿਖਿਆ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ।
ਔਰ ਪਿਛਲੇ ਸਮੇਂ ਦੇ ਵਿੱਚ 2005 ਦੇ ਵਿੱਚ 300 ਸਾਲਾ ਜ਼ਫਰਨਾਮੇ ਦਾ ਉੱਥੇ ਖਾਲਸੇ ਪੰਥ ਨੇ ਮਨਾਇਆ ਵੀ ਸੀ 2005 ਦੇ ਵਿੱਚ, ਕਿਉਂਕਿ 1705 ਨੂੰ ਲਿਖਿਆ ਨਾ, 1705 ਈਸਵੀ ਸਨ। 1704 ਦੇ ਵਿੱਚ ਮਹਾਰਾਜ ਨੇ ਦਸੰਬਰ ਦੇ ਮਹੀਨੇ 'ਚ ਅਨੰਦਪੁਰ ਸਾਹਿਬ ਛੱਡਿਆ ਤੇ 1705 ਦੇ ਵਿੱਚ ਇਹ ਜ਼ਫਰਨਾਮਾ ਲਿਖਿਆ ਦੀਨੇ ਪਿੰਡ ਤੇ 2005 ਦੇ ਵਿੱਚ 300 ਸਾਲਾ ਇਹ ਜ਼ਫਰਨਾਮੇ ਦਾ ਗੁਰੂ ਕੇ ਖਾਲਸੇ ਪੰਥ ਨੇ ਉੱਥੇ ਮਨਾਇਆ ਸੀ ਤੇ ਬਹੁਤ ਵੱਡਾ ਸਮਾਗਮ ਹੋਇਆ ਸੀ। ਨਾਲੇ ਦਸਮ ਮਹਾਰਾਜ ਦੀ ਬਾਣੀ ਦੇ ਪ੍ਰਵਾਹ ਚੱਲੇ ਸੀ, ਅਖੰਡ ਪਾਠ ਸਾਹਿਬਾਂ ਦੇ ਭੋਗ ਪਏ ਸੀ ਤੇ ਫਿਰ ਦੀਵਾਨ ਸਜੇ ਸੀ, ਸਾਰਾ ਹੀ ਖਾਲਸਾ ਪੰਥ ਇਕੱਤਰ ਹੋਇਆ ਸੀ ਉੱਥੇ। ਔਰ ਬਹੁਤ ਹੀ ਸਤਿਕਾਰਯੋਗ ਸੰਤ ਗਿਆਨੀ ਪੂਰਨ ਸਿੰਘ ਜੀ ਦਿੱਲੀ ਵਾਲੇ, ਜੋ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਵਿਦਿਆਰਥੀ ਪਿਆਰੇ ਇਸ ਵੇਲੇ ਬਜ਼ੁਰਗ ਅਵਸਥਾ ਵਿੱਚ ਹਨ, ਸੰਤ ਗਿਆਨੀ ਪੂਰਨ ਸਿੰਘ ਜੀ, ਉਹਨਾਂ ਨੇ ਉੱਥੇ ਫਿਰ ਜ਼ਫਰਨਾਮੇ ਦੀਆਂ ਹਕੀਕਤਾਂ ਦੀ ਕਥਾ ਕੀਤੀ ਸੀ ਉਦੋਂ, ਉਸ ਮੌਕੇ ਤੇ 2005 ਦੇ ਵਿੱਚ। ਤੇ ਸਭ ਤੋਂ ਵੱਧ ਸਮਾਂ ਉਹ ਪੰਥ ਦੀ ਸਟੇਜ ਦੇ ਉੱਤੇ ਉਸ ਦਿਨ ਉਹਨਾਂ ਨੂੰ ਮਿਲਿਆ ਸੀ। ਸੰਤ ਗਿਆਨੀ ਮੋਹਨ ਸਿੰਘ ਭਿੰਡਰਾਂ ਵਾਲਿਆਂ ਦੇ ਵਿਦਿਆਰਥੀ ਬਹੁਤ ਮਹਾਨ ਵਿਦਿਆਰਥੀ, ਵਿਦਵਾਨ, ਮਹਾਨ ਵਿਦਵਾਨ, ਕਿ ਉਹਨਾਂ ਨੇ ਫਿਰ ਜ਼ਫਰਨਾਮੇ ਦੀਆਂ ਹਕੀਕਤਾਂ ਦੀ ਕਥਾ ਉੱਥੇ ਸਟੇਜ ਤੇ ਕੀਤੀ ਸੀ। ਬਾਕੀ ਸਾਰਾ ਹੀ ਪੰਥ ਉੱਥੇ ਇਕੱਤਰ ਸੀ, ਜਥੇਦਾਰ ਸਾਹਿਬਾਨ, ਸਿੰਘ ਸਾਹਿਬਾਨ ਤੇ ਸਾਰਾ ਹੀ ਪੰਥ ਫਿਰ ਸਾਰਾ ਦਿਨ ਦੀਵਾਨ ਸਾਜਦਾ ਰਿਹਾ। ਅਨੇਕਾਂ ਲੰਗਰ ਚੱਲੇ ਸੀ, ਸਾਰੇ ਦਲ ਪੰਥ ਸਾਰੀਆਂ ਟਕਸਾਲਾਂ ਉੱਥੇ ਹਾਜ਼ਰ ਹੋਈਆਂ ਸੀ ਉਸ ਮੌਕੇ ਤੇ। ਤਾਂ ਇਹ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਫਿਰ 1705 ਈਸਵੀ ਸਨ ਔਰ 1762 ਵਿਕਰਮੀ ਸੰਮਤ ਦੀਨੇ ਨਗਰ ਵਿੱਚ ਬੈਠਿਆ ਹੋਇਆ ਗਰੀਬ ਨਵਾਜ ਸਾਹਿਬ ਜੀ ਨੇ ਜ਼ਫਰਨਾਮਾ ਲਿਖਿਆ, ਫਤਿਹ ਦੀ ਚਿੱਠੀ ਲਿਖੀ, ਬਹੁ ਬੈਂਤ ਬਣਾਈ, ਬਹੁਤੇ ਬੈਂਤਾਂ ਦੇ ਵਿੱਚ, ਕਾਵ ਦੇ ਨਿਯਮਾਂ ਦੇ ਵਿੱਚ, ਅਨੇਕਾਂ ਛੰਦਾਂ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਇਹ ਜ਼ਫਰਨਾਮਾ ਲਿਖਿਆ। ਸ੍ਰੀ ਅਕਾਲ ਤਖਤ ਗੁਰੂ ਵਡਿਆਈ। ਹੁਣ ਭਾਈ ਸਾਹਿਬ ਦੱਸ ਰਹੇ ਆ ਕਿ ਜ਼ਫਰਨਾਮੇ 'ਚ ਲਿਖਿਆ ਕੀ। ਸਭ ਤੋਂ ਪਹਿਲਾਂ ਸ੍ਰੀ ਅਕਾਲ ਪੁਰਖ ਕਰਤਾ ਪੁਰਖ ਦੀ ਵਡਿਆਈ ਲਿਖੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਕਮਾਲੇ ਕਰਾਮਾਤ ਕਾਇਮ ਕਰੀਮ ਆਦਿ। ਪਹਿਲੋਂ ਕਰਤਾ ਪੁਰਖ ਦੀ ਵਡਿਆਈ ਆਪ ਜੀ ਨੇ ਲਿਖੀ ਤੇ ਫਿਰ ਔਰੰਗਜ਼ੇਬ ਨੇ ਜੋ ਅਹਿਦ ਕੀਤਾ ਸੀ, ਧਰਮ ਦੇ ਨਾਂ ਦੇ ਉੱਤੇ ਇਕਰਾਰ ਕੀਤਾ ਸੀ ਤੇ ਆਖਿਆ ਸੀ ਵੀ ਤੁਸੀਂ ਅਨੰਦਪੁਰ ਸਾਹਿਬ ਛੱਡ ਕੇ ਤੇ ਇਧਰ ਦੱਖਣ ਵੱਲ ਨੂੰ ਆ ਜਾਓ ਤੇ ਮੈਂ ਵੀ ਇਧਰੋਂ ਚੱਲ ਪੈਣਾ ਤੇ ਆਪਾਂ ਮਿਲਦੇ ਹਾਂ। ਕਸਮ ਖਾਧੀ ਸੀ ਕੁਰਾਨ ਦੀ, ਮੁਹੰਮਦ ਸਾਹਿਬ ਦੀ ਤੇ ਖੁਦਾ ਦੀ। ਉਹ ਸਾਰਾ ਜਿਹੜਾ ਇਹਨੇ ਐਦ ਕੀਤਾ ਸੀ ਆਪਣੇ ਈਮਾਨ ਦਾ ਤੇ ਜਿਹੜਾ ਮਿਲਣਾ ਠਹਿਰਾਇਆ ਸੀ ਉਹ ਵੀ ਵਿੱਚ ਲਿਖਿਆ ਜ਼ਫਰਨਾਮੇ ਦੇ। ਉਹਦੇ 'ਚ ਲਿਖਿਆ ਔਰੰਗਿਆ ਤੂੰ ਬੇਈਮਾਨ ਨਿਕਲਿਆ, ਤੂੰ ਪਹਿਲਾਂ ਕਸਮਾਂ ਖਾਧੀਆਂ ਤੇ ਫਿਰ ਬੇਈਮਾਨ ਬਣ ਕੇ ਆਪਣਾ ਇਕਰਾਰ ਕੀਤਾ ਤੂੰ ਤੋੜਿਆ ਤੇ ਉਹ ਆਪਣੀ ਕਸਮ ਵੀ ਤੋੜੀ ਤੇ 10 ਲੱਖ ਫੌਜ ਵੀ ਸਾਡੇ ਤੇ ਚੜਾਈ। ਹੋਰ ਜਿਹੜੇ 7 ਮਹੀਨਿਆਂ ਦਾ ਘੇਰਾ ਪਾ ਕੇ 10 ਲੱਖ ਬੈਠੀ ਸੀ ਉਹ ਤਾਂ ਬੈਠੇ ਸੀ ਨਾ, 10 ਲੱਖ ਹੋਰ ਘਲਾਈ ਸੀ ਇਹਨੇ ਖਵਾਜੇ ਮਰਦੂਦ ਦੇ ਕਹਿਣ ਤੇ। ਮਹਾਰਾਜ ਕਹਿੰਦੇ ਵੀ ਤੂੰ ਆਪਣਾ ਜਿਹੜਾ ਸੀ ਕਰਾਰ ਕੀਤਾ ਹੋਇਆ ਉਹ ਤੋੜ ਕੇ ਬੇਈਮਾਨਾ 10 ਲੱਖ ਹੋਰ ਦਲ ਭੇਜ ਦਿੱਤਾ। ਬਾਬਰ ਜੰਗ ਚਮਕੌਰ ਬਰਨ ਕਰ ਤੁਰਾ। ਪਹਿਲਾਂ ਇਹ ਅਨੰਦਪੁਰ ਸਾਹਿਬ ਜਿਵੇਂ ਛੱਡਿਆ, ਇਹਨਾਂ ਨੇ ਕਸਮਾਂ ਤੋੜੀਆਂ, ਹਮਲਾ ਕੀਤਾ, ਉਹ ਸਾਰਾ ਲਿਖਿਆ ਜ਼ਫਰਨਾਮੇ ਦੇ ਵਿੱਚ। ਫਿਰ ਚਮਕੌਰ ਦੀ ਜਿਹੜੀ ਜੰਗ ਹੋਈ, ਚਮਕੌਰ ਦਾ ਵੀ ਕੁਝ ਹਵਾਲਾ ਦਿੱਤਾ ਵਿੱਚ ਮਹਾਰਾਜ ਵੀ ਇੱਥੇ ਸਾਡੇ 40 ਸੂਰਬੀਰ ਜਿਹੜੇ ਸੀ ਤੇਰੇ 10 ਲੱਖ ਤੋਂ ਵਧੇਕ ਫੌਜ ਦੇ ਨਾਲ ਲੜੇ। ਇਹ ਥੋੜਾ ਜਿਹਾ ਵਰਣਨ ਕੀਤਾ। ਤੇ ਫਿਰ ਬੜੇ ਲਾਮੇ ਦਿੱਤੇ ਔਰੰਗਜ਼ੇਬ, ਉਹਦੀਆਂ ਕਰਤੂਤਾਂ ਦੱਸ ਕੇ ਕਿ ਜੋ ਛਲ ਪ੍ਰੇਮ ਕੀਤੇ ਉਹ ਕੱਲਾ ਦੱਸ ਕੇ ਹੈ ਵੀ ਆਹ ਕੁਝ ਤੂੰ ਕੀਤਾ ਹੈ। ਤੇ ਉਹ ਗੁਲਾਮੇ ਵੀ ਉਹਦੇ ਵਿੱਚ ਦਿੱਤੇ
ਤੇ ਫਿਰ ਆਖਿਆ ਵੀ ਦੋਜਕ ਪਰ ਹੈ, ਤੂੰ ਦੋਜਕ ਵਿੱਚ ਜਾ ਕੇ ਪਵੇਂਗਾ, ਨਰਕਾਂ 'ਚ ਪਵੇਂਗਾ ਜਿੱਥੇ ਭਿਆਨਕ ਸੰਕਟ ਹੈ। ਬੇਇਨਸਾਫੀ ਤੈਂ ਕਰੀ ਮਨ ਚੈਨ ਸਜਾਈ। ਤੂੰ ਬੇਇਨਸਾਫੀ ਕੀਤੀ ਹੈ, ਇਨਸਾਫ ਨਹੀਂ ਕਿਤੇ ਵੀ ਕੀਤਾ। ਬਾਦਸ਼ਾਹ ਤੇ ਉਹ ਹੁੰਦਾ ਵਾ ਜਿਹੜਾ ਪ੍ਰਜਾ ਨੂੰ ਇਨਸਾਫ ਦੇਵੇ, ਜੋ ਲੋਕਾਂ ਨੂੰ ਇਨਸਾਫ ਦੇਵੇ, ਪਰ ਤੂੰ ਤੇ ਪੈਰ ਪੈਰ ਤੇ ਬੇਇਨਸਾਫੀ ਕੀਤੀ। ਇਨਸਾਫ ਤਾਂ ਤੂੰ ਕੀਤਾ ਹੀ ਨਹੀਂ ਕਿਤੇ ਵੀ ਆਪਣੀ ਹਕੂਮਤ ਦੇ ਸਾਹਮਣੇ। ਇਸ ਕਰਕੇ ਬਹੁਤ ਬੇਇਨਸਾਫੀ ਤੂੰ ਕੀਤੀ ਹੈ, ਤੈਨੂੰ ਬਹੁਤ ਜ਼ਿਆਦਾ ਸਜ਼ਾ ਮਿਲੇਗੀ। ਅਸ਼ਟ ਦਿਵਸ ਕੀ ਸਾਖੀ ਕਰ ਲੈ ਮਨ ਭਾਈ। ਆਖਿਆ ਮਨ ਭਾਉਂਦੀ ਬਾਦਸ਼ਾਹੀ ਕਰ ਲਾ, 8 ਦਿਨਾਂ ਦੀ ਆ ਤੇਰੀ ਸਾਹਿਬੀ, ਤੇਰੀ ਬਾਦਸ਼ਾਹਤ ਜਿਹੜੀ ਹੈ 8 ਦਿਨਾਂ ਦੀ ਆ, ਭਾਵ ਥੋੜੇ ਦਿਨਾਂ ਦੀ ਆ। ਗੁਰਬਾਣੀ ਵਿੱਚ ਵੀ ਥੋੜੇ ਦਿਨਾਂ ਨੂੰ ਕਿਤੇ ਮਹਾਰਾਜ ਸਾਹਿਬ ਜੀ ਨੇ ਆਖਿਆ 4 ਦਿਵਸ ਤੇ ਕਿਤੇ ਆਖਿਆ 10 ਦਿਨ। ਉਹਦਾ ਭਾਵ ਹੈ ਕਿ ਥੋੜੇ ਕੀ ਦਿਨ, ਥੋੜਾ ਕੀ ਸਮਾਂ। ਤੇ ਮਹਾਰਾਜ ਨੇ ਆਖਿਆ 8 ਦਿਨਾਂ ਦੀ ਤੇਰੀ ਸਾਹਿਬੀ ਆ, ਮਨ ਭਾਉਂਦੀ ਕਰ ਲਾ ਆਪਣੀ ਬਾਦਸ਼ਾਹਤ, ਭਾਵ ਥੋੜੇ ਚਿਰ ਦੀ ਆ, ਹੁਣ ਤੇਰੀਆਂ ਜੜ੍ਹਾਂ ਪੁੱਟੀਆਂ ਜਾਣੀਆਂ। ਹਾਂਜੀ। ਦਾਸਤਾਨ ਬਲ ਸੈਨ ਕੀ ਅਰ ਕੇ ਤਕਿਆਈਆਂ। ਫਿਰ ਕਈਆਂ ਬਾਦਸ਼ਾਹਾਂ ਦੀ ਦਾਸਤਾਨ ਵੀ ਮਹਾਰਾਜ ਨੇ ਜ਼ਫਰਨਾਮੇ ਵਿੱਚ ਬਿਆਨ ਕੀਤੀ ਕਿ ਕਈ ਐਸੇ ਬਾਦਸ਼ਾਹ ਵੀ ਹੋਏ ਜਿਹੜੇ ਧਰਮੀ ਹੋਏ, ਉਹਨਾਂ ਦੀਆਂ ਵੀ ਦਲੀਲਾਂ ਦਿੱਤੀਆਂ, ਜਿਨ੍ਹਾਂ ਨੇ ਵੀ ਇਸ ਤਰੀਕੇ ਦੇ ਨਾਲ ਰਾਜ ਭਾਗ ਕੀਤਾ, ਚੰਗਾ ਰਾਜ ਭਾਗ ਕੀਤਾ। ਇਸ ਤਰ੍ਹਾਂ ਕਈਆਂ ਦਾ ਜ਼ਿਕਰ ਮਹਾਰਾਜ ਸਾਹਿਬ ਜੀ ਨੇ ਜ਼ਫਰਨਾਮੇ ਦੇ ਵਿੱਚ ਕੀਤਾ। ਤੇ ਹੋਰ ਵੀ ਕਈ ਜਿਹੜੇ ਸੀ ਉਹ ਮਹਾਰਾਜ ਸਾਹਿਬ ਜੀ ਨੇ ਖਿਆਲ ਦਿੱਤੇ। ਲਿਖੇ ਬੈਨ ਕਰ ਸਾਇਰੀ ਕਤਰਾਈ ਨਾ। ਬਹੁਤ ਹੀ ਸ਼ਾਇਰੀ ਕਰਕੇ, ਕਵਿਤਾ ਕਰਕੇ ਬੈਂਤ ਮਹਾਰਾਜ ਨੇ ਰਚੇ ਤੇ ਬਹੁਤ ਸਿਆਣਪ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਛੰਦਾਬੰਦੀ ਦੇ ਵਿੱਚ ਸਾਰੀ ਦਾਸਤਾਨ ਬਿਆਨ ਕੀਤੀ, ਹਕਾਇਤਾਂ ਆਦਿਕ ਜਿਹੜੀਆਂ ਉਹ ਲਿਖੀਆਂ। ਜਸ ਜਸ ਆਸੀ ਤੈਨੂੰ ਸਮਝਾਉਣ ਹੁੰਦਾ। ਜਿਸ ਤਰ੍ਹਾਂ ਦਾ ਗੁਰੂ ਦਾ ਆਸ਼ਾ ਸੀ ਉਹਨੂੰ ਬਾਦਸ਼ਾਹ ਨੂੰ ਚੰਗੀ ਤਰ੍ਹਾਂ ਸਮਝਾਉਣ ਵਾਸਤੇ। ਕਹਿ ਪ੍ਰਸੰਗ ਅਨੇਕ ਕਾਸ਼ ਸੁਨ ਮੂੜਾ ਚਿਰਤਾ। ਅਨੇਕ ਪ੍ਰਕਾਰ ਦੇ ਬਾਦਸ਼ਾਹਾਂ ਦੇ ਪ੍ਰਸੰਗ ਗੁਰੂ ਸਾਹਿਬ ਜੀ ਨੇ ਕੀਤੇ, ਰਚੇ ਤੇ ਗਰੀਬ ਨਵਾਜ ਨੇ ਉਹਨਾਂ ਦਾ ਵਰਣਨ ਕਰ ਕਰਕੇ ਤੇ ਆਖਿਆ ਮੂਰਖਾ ਬੇਸਮਝਾ ਸੁਣ ਕਿ ਇਹਨਾਂ ਨੇ ਵੀ ਰਾਜ ਕੀਤਾ ਤੇ ਤੂੰ ਵੀ ਰਾਜ ਕਰ ਦਾਂਗੇ। ਕਿ ਇਹਨਾਂ ਨੇ ਕਿਹੋ ਜਿਹਾ ਰਾਜ ਕੀਤਾ, ਜਿਹੜੇ ਪਿਛਲੇ ਸਮੇਂ ਵਿੱਚ ਬਾਦਸ਼ਾਹ ਹੋਏ ਉਹ ਧਰਮੀ ਰਾਜਿਆਂ ਦਾ ਵੀ ਵਿੱਚ ਵੇਰਵਾ ਦਿੱਤਾ। ਕੁਛ ਕਥਾ ਲੈ ਕਾਮੀ ਸਾਨੂੰ ਨੌਰੰਗੇ। ਤੇ ਕੁਛ ਆਪਣੀ ਕਥਾ ਵੀ ਮਹਾਰਾਜ ਸਾਹਿਬ ਜੀ ਨੇ ਵਿੱਚ ਵਰਣਨ ਕੀਤੀ। ਗਰੀਬ ਨਵਾਜ ਸਾਹਿਬ ਜੀ ਨੇ ਔਰੰਗਜ਼ੇਬ ਦੇ ਸਾਹਮਣੇ ਆਪਣੀ ਕਥਾ ਵੀ ਰੱਖੀ। ਜਿਸ ਪੜ੍ਹਨ ਤੇ ਜਾਣ ਹੈ ਮੈਂ ਕੀ ਕਰਾਂਗੇ। ਵੀ ਜਿਸ ਪੜ੍ਹਨ ਦੇ ਨਾਲ ਜਾਣ ਲਵੇ ਵੀ ਮੈਂ ਜੋ ਕੁਝ ਕੀਤਾ ਹੈ ਸਭ ਕੁਝ ਮਾੜਾ ਕੀਤਾ ਹੈ, ਖੋਟੇ ਢੰਗ ਜਿਹੜੇ ਉਹ ਕੀਤੇ ਹਨ। ਬਾਤ ਸਾਧ ਪ੍ਰਭ ਨੇ ਕਰੇ ਜਨ ਧਰਮ ਕਰੜਾਏ। ਗਰੀਬ ਨਵਾਜ ਨੇ ਵੀ ਵਰਣਨ ਕੀਤਾ ਕਿ ਪਰਮੇਸ਼ਰ ਨੇ ਅਨੇਕਾਂ ਬਾਦਸ਼ਾਹ ਕੀਤੇ ਇਸ ਧਰਤੀ ਦੇ ਉੱਤੇ, ਤੇ ਜਿਨ੍ਹਾਂ ਨੂੰ ਧਰਮ ਦ੍ਰਿੜ ਕਰਾਇਆ ਸੀ ਪ੍ਰਭੂ ਨੇ। ਜਿਹੜੇ ਧਰਮੀ ਹੋ ਕਰਕੇ ਜਿਨ੍ਹਾਂ ਨੇ ਬਾਦਸ਼ਾਹੀਆਂ ਕੀਤੀਆਂ, ਐਸੇ ਵੀ ਇਸ ਧਰਤੀ ਤੇ ਅਨੇਕਾਂ ਹੋਏ। ਕਿੰਨੇ ਕੁ ਗਿਣ ਕੇ ਦੱਸੀਏ ਤੈਨੂੰ ਸੰਸਾਰ ਵਿੱਚ ਬਾਦਸ਼ਾਹ ਹੋਏ ਆ ਜਿਨ੍ਹਾਂ ਨੇ ਧਰਮ ਕਮਾਇਆ ਹੈ। ਤੂੰ ਨਾ ਰੰਗ ਪਾਤ ਸਾਰੋ ਸੰਪਾਤ ਸਾਈ ਬੈਠਾ। ਤੇ ਹੇ ਔਰੰਗਜ਼ੇਬ ਬਾਦਸ਼ਾਹ, ਤੂੰ ਵੀ ਉਂਝ ਬਾਦਸ਼ਾਹ ਕਰ ਰਿਹਾ, ਤੂੰ ਵੀ ਬਾਦਸ਼ਾਹੀ ਦੇ ਤਖਤ ਤੇ ਬੈਠਾ ਹੋਇਆ ਹੈ। ਚਾਹੀਏ ਧਰਮ ਕਮਾਉਣਾ ਕਿ ਪਾਪ ਕੈਠਾ। ਚਾਹੀਦਾ ਤੇ ਤੈਨੂੰ ਵੀ ਸੀ ਵੀ ਤੂੰ ਧਰਮ ਕਮਾਵੇਂ, ਪਰ ਔਰੰਗਜ਼ੇਬ ਤੂੰ ਧਰਮ ਨਹੀਂ ਕਮਾਇਆ, ਤੂੰ ਤੇ ਪਾਪ ਹੀ ਇਕੱਠਾ ਕੀਤਾ। ਇਸ ਬਾਦਸ਼ਾਹੀ ਦੇ ਤਖਤ ਤੇ ਬੈਠ ਕੇ, ਬਾਦਸ਼ਾਹੀ ਤਖਤ ਤੇ ਬੈਠ ਕੇ ਚਾਹੀਦਾ ਸੀ ਤੈਨੂੰ ਕਿ ਧਰਮ ਕਮਾਵੇਂ, ਪਰ ਤੂੰ ਪਾਪ ਹੀ ਇਕੱਠਾ ਕੀਤਾ। ਉਂਝ ਜਿਹੜਾ ਬਾਦਸ਼ਾਹੀ ਦੀ ਕੁਰਸੀ ਤੇ ਬੈਠ ਜਾਂਦਾ ਹੈ, ਤਖਤ ਤੇ ਬੈਠ ਜਾਂਦਾ ਹੈ, ਜੇ ਗੁਰੂ ਕਿਰਪਾ ਕਰੇ ਐਸੀ ਉਹਨੂੰ ਮੱਤ ਮਿਲ ਜਾਵੇ, ਬੁੱਧ ਮਿਲ ਜਾਵੇ, ਤੇ ਉਹ ਬੜਾ ਧਰਮ ਕਮਾ ਸਕਦਾ। ਪਰ ਜੇ ਸਤਿਗੁਰੂ ਸਮੱਤ ਬਖਸ਼ਣ ਤਾਂ ਧਰਮ ਦੇ ਕਾਰਜ ਕਿੰਨੇ ਕਰ ਸਕਦਾ ਹੈ, ਆਪਣੀ ਪ੍ਰਜਾ ਨੂੰ ਕਿੰਨੇ ਤਰੀਕੇ ਨਾਲ ਸੁਖੀ ਰੱਖ ਸਕਦਾ ਹੈ, ਆਪ ਵੀ ਧਰਮੀ ਹੋ ਸਕਦਾ, ਲੋਕਾਂ ਨੂੰ ਵੀ ਧਰਮ ਦੇ ਰਾਹ ਤੇ ਤੋਰ ਸਕਦਾ ਜੇ ਸਹੀ ਬਾਦਸ਼ਾਹ ਹੋਵੇ।
ਜੇ ਭਾਗ ਸਾਥ ਦੇਣ। पर ਜਿਹੜਾ ਉਸ ਥਾਂ ਤੇ ਬੈਠ ਜਾਂਦਾ ਹੈ ਮੁੜ ਕੇ ਉਹਨੂੰ ਧਰਮ ਦਾ ਚੇਤਾ ਹੀ ਭੁੱਲ ਜਾਂਦਾ। ਰੱਬ ਦੀ ਨੀਤ ਹੀ ਐਸੀ ਹੈ। ਫਿਰ ਧਰਮ ਤਾਂ ਭੁੱਲ ਹੀ ਜਾਂਦਾ ਹੈ, ਦੀਨ ਤਾਂ ਭੁੱਲ ਹੀ ਜਾਂਦਾ, ਦੁਨੀਆ ਹੀ ਦੁਨੀਆ ਕੱਲੀ ਚੇਤੇ ਰਹਿੰਦੀ ਸ਼ਾਇਦ ਵੀ ਮੇਰੇ ਤੋਂ ਬੁਗਾ ਅੱਗੇ ਤੇ ਹੁਣ ਕੁਝ ਹੈ ਹੀ ਨਹੀਂ ਨਾ, ਵੀ ਮੈਂ ਹੀ ਹਾਂ ਬਸ। ਫਿਰ ਇੰਨਾ ਜ਼ੁਲਮ ਕਰਦਾ ਹੈ, ਰੱਬ ਨੂੰ ਭੁੱਲ ਹੀ ਜਾਂਦਾ, ਆਪ ਹੀ ਰੱਬ ਬਣ ਕੇ ਬਹਿ ਜਾਂਦਾ ਬੰਦਾ। ਇਤਿਹਾਸ ਉਹਨਾਂ ਦਾ ਵੀ ਭਰਿਆ ਪਿਆ ਜਿਹੜੇ ਬਾਦਸ਼ਾਹ ਦੇ ਤਖਤ ਤੇ ਬੈਠੇ ਤੇ ਪਰਮੇਸ਼ਰ ਨੂੰ ਭੁੱਲ ਹੀ ਗਏ, ਆਪਣੇ ਆਪ ਨੂੰ ਪਰਮੇਸ਼ਰ ਹੀ ਕਹਾਉਣ ਲੱਗ ਪਏ। ਜਿਵੇਂ ਹਰਨਾਕਸ਼ ਸੀ, ਉਹ ਵੀ ਰਾਜਾ ਹੀ ਸੀਗਾ, ਇੱਕ ਬਾਦਸ਼ਾਹ ਹੀ ਸੀ। ਇਸੇ ਤਰ੍ਹਾਂ ਹੋਰ ਵੀ ਕਈਆਂ ਦਾ ਜ਼ਿਕਰ ਆਇਆ। ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਕਿ ਬਾਦਸ਼ਾਹ ਔਰੰਗਜ਼ੇਬ ਚਾਹੀਦਾ ਤਾਂ ਤੈਨੂੰ ਸੀ ਧਰਮ ਕਮਾਉਣਾ, ਪਰ ਤੂੰ ਬਾਦਸ਼ਾਹੀ ਦੇ ਤਖਤ ਤੇ ਬੈਠ ਕਰਕੇ ਧਰਮ ਨਹੀਂ ਕਮਾ ਸਕਿਆ। ਤੂੰ ਤਾਂ ਪਾਪ ਹੀ ਇਕੱਠੇ ਕੀਤੇ, ਪਾਪ ਦੀਆਂ ਪੰਡਾਂ ਬੰਨ ਲਈਆਂ ਤੂੰ। ਪਰ ਤੈਨੂੰ ਦੁਨੀਆ ਬਣਾਉਣ ਵਾਲੇ ਦੀ ਦਰਗਾਹ ਵਿੱਚ ਜਾਣਾ ਪੈਣਾ। ਉਸ ਖਲਕਤ ਦੇ ਮਾਲਕ ਖਾਲਕ ਦੀ ਕਚਹਿਰੀ ਵਿੱਚ ਜਦੋਂ ਜਾਵੇਂਗਾ, ਇੱਥੇ ਤੇ ਤੂੰ ਬਹਿ ਜਾਣਾ ਨਾ ਕਚਹਿਰੀ ਲਾ ਕੇ, ਕਚਹਿਰੀ ਲਾਉਣ ਵਾਲੇ ਨੂੰ ਵੀ ਰੱਬ ਦੀ ਕਚਹਿਰੀ 'ਚ ਜਾਣਾ ਪੈਣਾ। ਕਿ ਜਦੋਂ ਖਾਲਕ ਦੀ ਦਰਗਾਹ ਵਿੱਚ ਜਾਵੇਂਗਾ ਤੇ ਕਿਹੜਾ ਮੂੰਹ ਲੈ ਕੇ ਜਾਵੇਂਗਾ, ਉੱਥੇ ਕਿਹੜਾ ਮੂੰਹ ਲੈ ਕੇ ਜਾਵੇਂਗਾ, ਕਿਉਂਕਿ ਤੂੰ ਤਾਂ ਪਾਪ ਹੀ ਇੰਨੇ ਕੀਤੇ, ਉਹ ਪੱਧਰ ਹੀ ਇੰਨੇ ਕੀਤੇ, ਜ਼ੁਲਮ ਹੀ ਇੰਨਾ ਕੀਤਾ ਹੈ, ਕਿਹੜਾ ਮੂੰਹ ਖਾਲਕ ਦੀ ਕਚਹਿਰੀ ਵਿੱਚ ਲੈ ਕੇ ਜਾਵੇਂਗਾ। ਬੁਰਾ ਭਲਾ ਜੋ ਕੀਆ ਸੋ ਸੰਗ ਸਦਾਵੈ। ਭਲਾ ਬੁਰਾ ਜੋ ਤੂੰ ਕੀਆ, ਜੋ ਤੂੰ ਭਲਾਈ ਜਾਂ ਬੁਰਾਈ ਕੀਤੀ ਹੈ ਨਾ, ਉਹ ਨਾਲ ਹੀ ਜਾਵੇਗਾ। ਭਲਾਈ ਤਾਂ ਕੀਤੀ ਨਹੀਂ ਕੋਈ, ਕੀਤੀ ਤੇ ਬੁਰਾਈ ਹੈ। ਮਾਰੇ ਕਹਿੰਦੇ ਜਿਹੜਾ ਵੀ ਉਹ ਰੱਬ ਦੀ ਕਚਹਿਰੀ ਵਿੱਚ ਜਾਂਦਾ, ਜੇ ਉਹਨੇ ਭਲਾ ਕੀਤਾ ਜਾਂ ਬੁਰਾ ਕੀਤਾ, ਉਹਦੇ ਨਾਲ ਹੀ ਜਾਂਦਾ। ਕਿ ਜੋ ਕੁਝ ਤੂੰ ਕੀਤਾ ਉਹ ਤੇਰੇ ਨਾਲ ਜਾਵੇਗਾ, ਉੱਥੇ ਤੈਨੂੰ ਜਾਣਾ ਪਵੇਗਾ ਪਰਮੇਸ਼ਰ ਦੀ ਦਰਗਾਹ ਦੇ ਵਿੱਚ। ਪਹਿਲਾ ਲਿਖਿਆ ਮਿਲਣ ਕੋ ਦਿਲ ਤਗਾ। ਗਰੀਬ ਨਵਾਜ਼ ਕਹਿੰਦੇ ਪਹਿਲਾਂ ਤੂੰ ਲਿਖ ਕੇ ਭੇਜਿਆ ਮਿਲਣ ਵਾਸਤੇ ਵੀ ਮੇਰੀਆਂ ਫੌਜਾਂ ਤੁਹਾਡੇ ਤੇ ਹਮਲਾ ਨਹੀਂ ਕਰਨਗੀਆਂ, ਤੁਸੀਂ ਇੱਧਰ ਆ ਕੇ ਮੈਨੂੰ ਮਿਲੋ। ਤੇ ਜਦੋਂ ਅਸੀਂ ਅਨੰਦਪੁਰ ਸਾਹਿਬ ਛੱਡਿਆ ਤੇ ਤੂੰ ਦਗਾ ਕਮਾਇਆ ਸਾਡੇ, ਕਿ ਤੂੰ ਕਸਮਾਂ ਤੋੜ ਕਰਕੇ ਤੇਰੀਆਂ ਫੌਜਾਂ ਨੇ ਸਾਡੇ ਤੇ ਹਮਲਾ ਵੀ ਕੀਤਾ। ਫੌਜਾਂ ਚਾੜ ਕਰਕੇ ਘੇਰਾ ਕਰਵਾਇਆ, ਤੇ ਅਣਗਿਣਤ ਹੀ ਫੌਜਾਂ ਚਾੜ ਕਰਕੇ ਸਾਨੂੰ ਤੂੰ ਘੇਰਾ ਪਵਾ ਦਿੱਤਾ। ਕਿਆ ਨਿਸਾਫੀ ਤੁਝ ਕਰੀ ਕਰ ਮਨ ਬਹਾਨਾ। ਕਿਹੜੀ ਤੂੰ ਨਿਸਾਫੀ ਕੀਤੀ, ਇਨਸਾਫ ਕਿੱਥੇ ਕੀਤਾ ਤੂੰ? ਆਪਣੇ ਮਨ ਦੇ ਵਿੱਚ ਅਭਿਮਾਨ ਕਰਕੇ, ਹੰਕਾਰ ਕਰਕੇ। ਝੂਠਾ ਪੜ੍ਹੇ ਕੁਰਾਨ ਨਹੀਂ ਅਮਲਕ ਮਨ। ਤੂੰ ਕੁਰਾਨ ਜਿਹੜਾ ਪੜ੍ਹਦਾ ਹੈ ਨਾ, ਇਹ ਤੇਰਾ ਕੁਰਾਨ ਪੜ੍ਹਨਾ ਵੀ ਝੂਠਾ ਹੈ। ਝੂਠਾ ਹੈ ਤੂੰ, ਤੇ ਤੇਰਾ ਕੁਰਾਨ ਪੜ੍ਹਨਾ ਵੀ ਝੂਠਾ ਹੈ, ਕਿਉਂਕਿ ਤੂੰ ਅਮਲ ਨਹੀਂ ਕਮਾਇਆ। ਧਰਮ ਗ੍ਰੰਥ ਦਾ ਪੜ੍ਹਨਾ ਇੱਕ ਵੱਖਰੀ ਗੱਲ ਹੈ, ਤੇ ਪੜ੍ਹ ਕੇ ਉਹਦੇ ਤੇ ਚੱਲਣਾ ਇੱਕ ਵੱਖਰੀ ਗੱਲ ਹੈ। ਮਾਰੇ ਕਹਿੰਦੇ ਤੂੰ ਕੁਰਾਨ ਪੜ੍ਹਦਾ, ਤੇਰਾ ਕੁਰਾਨ ਪੜ੍ਹਨਾ ਵੀ ਝੂਠਾ, ਕਿਉਂਕਿ ਤੂੰ ਅਮਲ ਨਹੀਂ ਕਮਾਇਆ। ਕੁਰਾਨ ਤੇ ਕਹਿੰਦਾ ਵਾ ਵੀ ਨੇਕੀ ਕਰ, ਚੰਗਿਆਈ ਭਲਾਈ ਕਰ, ਤੇ ਤੂੰ ਚੰਗਿਆਈ ਕੀਤੀ ਕੋਈ ਨਹੀਂ, ਇਨਸਾਫ ਕੀਤਾ ਕੋਈ ਨਹੀਂ, ਇਸ ਕਰਕੇ ਤੇਰਾ ਕੁਰਾਨ ਪੜ੍ਹਨਾ ਵੀ ਝੂਠਾ ਹੈ। ਜੇ ਤੂੰ ਕਹਨੇ ਅੱਗੇ ਸੰਗ ਮਨ ਇਨਸਾਫ ਕਮਾਈ। ਤੇ ਜੇ ਤੂੰ ਆਖੇ ਕਿ ਮੇਰੇ ਨਾਲ ਤੂੰ ਇਨਸਾਫ ਕਮਾਇਆ ਹੈ, ਸੋ ਸੁਣਦੇ ਕਰਤਾਂ ਦੇ ਹੋ ਸਭ ਕੋ ਬਣਾਈ। ਤੇ ਮਹਾਰਾਜ ਕਹਿੰਦੇ ਕਿ ਸੁਣ ਫਿਰ ਕੰਨ ਦੇ ਕੇ, ਜ਼ਬਰਨਾਮੇ ਨਹੀਂ ਕਹਿ ਰਹੇ। ਔਰੰਗਜ਼ੇਬ ਧਿਆਨ ਦੇ ਕੇ ਸੁਣ, ਜੋ ਕੋਈ ਤੂੰ ਸਾਡੇ ਨਾਲ ਕੀਤਾ ਹੈ ਅਸੀਂ ਤੈਨੂੰ ਦੱਸਦੇ ਹਾਂ। ਏਕ ਸਿਲਾ ਪਰ ਬਸਤ ਸੋ ਕਿਸ ਗ੍ਰਾਮ ਨ ਰੁਕਾ। ਤੇ ਮਹਾਰਾਜ ਕਹਿੰਦੇ ਕਿ ਤੂੰ ਸਾਡੇ ਉੱਤੇ ਇੰਨੀਆਂ ਫੌਜਾਂ ਚੜਾਈਆਂ, ਇੰਨੀ ਵਾਰ ਚੜਾਈਆਂ ਲੱਖਾਂ ਦੀ ਗਿਣਤੀ ਵਿੱਚ, ਤੇ ਅਸੀਂ ਤੇ ਇੱਕ ਪਹਾੜੀ ਦੇ ਉੱਤੇ ਹੀ ਰਹਿੰਦੇ ਸਨ। ਇੱਕ ਪਹਾੜੀ ਦੇ ਉੱਤੇ ਅਨੰਦਪੁਰ ਸਾਹਿਬ ਕਿੰਨਾ ਕੁ ਇਲਾਕਾ ਘੇਰਿਆ ਕਿਤੇ ਮਹਾਰਾਜ ਸਾਹਿਬ ਜੀ, ਨਾਲੇ ਆਪਣੀ ਜ਼ਮੀਨ ਮੁੱਲ ਖਰੀਦੀ, ਆਪਣਾ ਇਲਾਕਾ। ਗਰੀਬ ਨਵਾਜ਼ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ, ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜ਼ਮੀਨ ਮੁੱਲ ਖਰੀਦ ਕਰਕੇ ਨਗਰ ਵਸਾਇਆ। ਤੇ ਇੱਕ ਪਹਾੜੀ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਥੋੜੀਆਂ ਜਿਹੀਆਂ ਪਹਾੜੀਆਂ ਵਾ,
ਤੇ ਮਹਾਰਾਜ ਸਾਹਿਬ ਦੀ ਰਿਹਾਇਸ਼ ਤਾਂ ਇੱਕੇ ਪਹਾੜੀ ਤੇ ਹੀ ਸੀ, ਤਖਤ ਸ੍ਰੀ ਕੇਸਗੜ੍ਹ ਸਾਹਿਬ। ਸਤਿਗੁਰੂ ਕਹਿੰਦੇ ਆ ਕਿ ਏਕ ਸਿਲਾ ਪਰ ਬਸਤ ਥੋ, ਇੱਕ ਪਹਾੜੀ ਉੱਤੇ ਵਸਦਾ ਸੀ। ਕਿਸ ਗ੍ਰਾਮ ਨਾ ਰੋਕਾ, ਤੇ ਮੈਂ ਕਿਸੇ ਦਾ ਪਿੰਡ ਨਹੀਂ ਸੀ ਕੋਈ ਰੋਕਿਆ ਹੋਇਆ, ਕਿਸੇ ਦੀ ਜਗ੍ਹਾ ਨਹੀਂ ਮੈਂ ਦੱਬੀ ਹੋਈ ਸੀ ਕੋਈ। ਮੈਂ ਆਪਣੀ ਜ਼ਮੀਨ ਦੇ ਵਿੱਚ, ਆਪਣੇ ਘਰ ਦੇ ਵਿੱਚ ਰਹਿ ਰਿਹਾ ਸਾਂ, ਕਿਸੇ ਦਾ ਮੈਂ ਕੋਈ ਪਿੰਡ ਨਹੀਂ ਸੀ ਦੱਬਿਆ। ਦੇਸ਼ ਮੁਲਕ ਮੈਂ ਰੋਕਿਆ, ਨਾ ਮੈਂ ਕੋਈ ਕਿਸੇ ਦਾ ਪਿੰਡ ਰੋਕਿਆ, ਨਾ ਕੋਈ ਦੇਸ਼ ਰੋਕਿਆ, ਨਾ ਕੋਈ ਮੁਲਕ ਰੋਕਿਆ। ਬਿਨ ਦਾਵੇ ਓਕਾ, ਤੇ ਬਿਨਾਂ ਕਿਸੇ ਦਾਵੇ ਤੋਂ ਮੈਂ ਤਾਂ ਆਪਣੇ ਘਰ ਵਿੱਚ ਰਹਿ ਰਿਹਾ ਸੀ। ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਨਹੀਂ ਕਿਸੇ ਪਾਸੇ ਫੌਜਾਂ ਚੜਾਈਆਂ, ਫੌਜਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਚੜ ਕੇ ਆਉਂਦੀਆਂ ਰਹੀਆਂ ਨਾ, ਜਿੰਨੀਆਂ ਅਨੰਦਪੁਰ ਸਾਹਿਬ ਤੇ ਚੜ ਕੇ ਆਉਂਦੀਆਂ ਰਹੀਆਂ। ਮਹਾਰਾਜ ਨੇ ਤਾਂ ਨਹੀਂ ਕਿਸੇ ਪਾਸੇ ਨੂੰ ਕੋਈ ਫੌਜ ਚੜਾਈ। ਜਿਹੜੀਆਂ ਆਉਂਦੀਆਂ ਰਹੀਆਂ ਉਹਨਾਂ ਨਾਲ ਫਿਰ ਮੁਕਾਬਲਾ, ਜਿਹੜਾ ਘਰੇ ਹੀ ਆ ਕੇ ਪੈ ਜਾਏ ਉਹਨੂੰ ਤਾਂ ਕੁਝ ਦੱਸਣਾ ਹੀ ਪੈਂਦਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਕਿ ਬਿਨਾਂ ਦਾਅਵੇ ਤੋਂ ਮੈਂ ਆਪਣੇ ਘਰ ਦੇ ਵਿੱਚ ਰਹਿ ਰਿਹਾ ਸੀ। ਭਾਵ ਇਹਦਾ ਇਹ ਹੈ ਕਿ ਮੈਂ ਕਿਸੇ ਦਾ ਦੇਸ਼ ਮੁਲਕ ਨਹੀਂ ਖੋਇਆ, ਤੇ ਮੇਰਾ ਘਰ ਆਨੰਦਪੁਰ ਬਿਨਾਂ ਦਾਅਵੇ ਤੋਂ, ਵੀ ਇਹ ਮੇਰਾ ਸੀ, ਇਹਦੇ ਤੇ ਕਿਸੇ ਦਾ ਦਾਅਵਾ ਨਹੀਂ। ਇਹ ਸਾਡੀ ਆਪਣੀ ਖਰੀਦੀ ਹੋਈ ਜ਼ਮੀਨ ਹੈ, ਤੇ ਇਹ ਸਾਡਾ ਆਪਣਾ ਪਟਾ ਹੈ, ਤੇ ਕਿਸੇ ਨੂੰ ਉੱਥੇ ਕੋਈ ਦਾਅਵਾ ਨਹੀਂ ਕਿ ਦੂਜਾ ਕੋਈ ਆ ਕੇ ਉੱਥੇ ਕੋਈ ਟੈਕਸ, ਕੋਈ ਵਸੂਲ ਕੋਈ ਲਾ ਸਕੇ। ਇਸ ਕਰਕੇ ਇਸ ਬਿਨਾਂ ਕਿਸੇ ਦਾਅਵੇ ਤੋਂ ਮੈਂ ਆਪਣੇ ਘਰ ਵਿੱਚ, ਆਪਣੇ ਨਗਰ ਵਿੱਚ ਰਹਿ ਰਿਹਾ ਸਾਂ। ਕਿਸ ਕੋ ਦਿਆ ਖਾਓ ਪ੍ਰਭ ਦੇ ਸੁਖਾਓ। ਸਤਿਗੁਰੂ ਲਿਖ ਰਹੇ ਔਰੰਗਜ਼ੇਬ ਨੂੰ ਜ਼ਫਰਨਾਮੇ 'ਚ ਕਿ ਮੈਂ ਕਿਸੇ ਦਾ ਦਿੱਤਾ ਨਹੀਂ ਖਾਂਦਾ। ਜੋ ਪਰਮੇਸ਼ਰ ਦਿੰਦਾ ਸੀ ਉਹ ਛਕਦਾ ਸਾਂ, ਪਰਮੇਸ਼ਰ ਦਾ ਦਿੱਤਾ ਖਾਂਦਾ ਸਾਂ, ਕਿਸੇ ਦਾ ਦਿੱਤਾ ਨਹੀਂ ਸੀ ਖਾਂਦਾ। ਏਕ ਆਰਾਧ ਹੋ ਕਿਸ ਕੋ ਨ ਦਿਖਾਓ। ਹੇ ਔਰੰਗਜ਼ੇਬ, ਮੈਂ ਆਪਣੇ ਘਰ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿ ਕੇ ਤੇ ਇੱਕ ਅਕਾਲ ਪੁਰਖ ਦੀ ਆਰਾਧਨਾ ਕਰਦਾ ਸੀ। ਮੈਂ ਕਿਸੇ ਨੂੰ ਤੰਗ ਨਹੀਂ ਸੀ ਕਰਦਾ, ਮੈਂ ਕਿਸੇ ਨੂੰ ਦੁਖੀ ਨਹੀਂ ਸੀ ਕਰਦਾ। ਮੈਂ ਆਪਣੇ ਘਰ ਵਿੱਚ, ਆਪਣੇ ਨਗਰ ਵਿੱਚ ਰਹਿ ਕਰਕੇ ਇੱਕ ਅਕਾਲ ਦੀ ਆਰਾਧਨਾ ਕਰਦਾ ਸਾਂ। ਪ੍ਰਥਮ ਪਾਪ ਕਹਿ ਕਰ ਜਨੋ ਮਰਵਾਈ। ਇੱਕ ਇੱਕ ਸਤਿਗੁਰੂ ਜੀ ਜੋ ਉਹਨੇ ਜ਼ੁਲਮ ਕੀਤਾ ਨਾ, ਉਹ ਐ ਗਿਣ ਗਿਣ ਕੇ ਦੱਸਿਆ ਜ਼ਫਰਨਾਮੇ ਦੇ ਵਿੱਚ। ਜ਼ਫਰਨਾਮੇ 'ਚ ਜੋ ਕੁਝ ਆਇਆ, ਜੋ ਕੁਝ ਮਹਾਰਾਜ ਨੇ ਲਿਖਿਆ, ਭਾਈ ਸੰਤੋਖ ਸਿੰਘ ਜੀ ਉਹਦੇ ਵਿੱਚੋਂ ਕੁਝ ਗੱਲਾਂ ਇੱਥੇ ਲਿਖ ਰਹੇ, ਕੁਝ ਸਾਰੀਆਂ ਨਹੀਂ। ਫਿਰ ਮਹਾਰਾਜ ਨੇ ਆਖਿਆ ਵੀ ਤੂੰ ਸਾਡੇ ਪਿਤਾ ਜੀ ਨੂੰ ਵੀ ਕੈਦ ਕਰਕੇ ਤੇ ਉਹਨਾਂ ਨੂੰ ਵੀ ਸ਼ਹੀਦ ਕੀਤਾ। ਐਸੀ ਬੜੀ ਬਾਤ ਦੇ ਕਰਮ ਨਿਭਾਈ। ਤੇ ਇਸ ਤਰ੍ਹਾਂ ਦੀ ਛਲ ਦੇ ਨਾਲ ਦਗਾ ਕਰਕੇ ਬਹਾਦਰੀ, ਇਹਨੂੰ ਕਹਿੰਦਾ ਤੂੰ ਮਨ 'ਚ ਹੰਕਾਰ ਕਰੀ ਜਾਂਦਾ। ਸਾਡੇ ਪਿਤਾ ਜੀ ਨੂੰ ਜੋ ਸ਼ਾਂਤ ਰਸ ਵਿੱਚ ਗਏ, ਸਬਰ ਵਿੱਚ, ਸ਼ਾਂਤੀ ਵਿੱਚ ਰਹਿ ਕਰਕੇ ਤੇਰਾ ਸਾਰਾ ਜ਼ੁਲਮ ਉਹਨਾਂ ਨੇ ਆਪਣੇ ਤੇ ਝੱਲਿਆ ਤੇ ਸ਼ਹੀਦੀ ਪਾਈ, ਤੇ ਤੂੰ ਛਲ ਦੇ ਨਾਲ ਸਾਡੇ ਪਿਤਾ ਜੀ ਨੂੰ ਸ਼ਹੀਦ ਕਰਕੇ ਤੇ ਮਨ ਵਿੱਚ ਹੰਕਾਰ ਕਰੀ ਜਾਂਦਾ। ਇਹਨੂੰ ਬਹਾਦਰੀ ਤੂੰ ਕਹਿੰਦਾ? ਇਸ ਤਰ੍ਹਾਂ ਦਾ ਬਹਾਦਰ ਬਣਿਆ ਹੋਇਆ, ਝੂਠ ਬੋਲਣ ਵਾਲਾ, ਛਲ ਕਰਨ ਵਾਲਾ, ਧੋਖਾ ਕਰਨ ਵਾਲਾ ਤੂੰ, ਤੇ ਤੂੰ ਇਸ ਤਰ੍ਹਾਂ ਦਾ ਬਹਾਦਰ ਬਣਿਆ ਹੋਇਆ ਆਪਣੇ ਮਨ ਵਿੱਚ ਹੰਕਾਰ ਕਰਕੇ। ਜੈਸਾ ਸਾਬ ਤੈਸੇ ਸਭ ਰਾਜੇ। ਹੇ ਔਰੰਗਜ਼ੇਬ, ਜਿਸ ਤਰ੍ਹਾਂ ਦਾ ਬੇਈਮਾਨ, ਬੇਇਨਸਾਫ ਤੂੰ ਐ, ਇਸੇ ਤਰ੍ਹਾਂ ਦੇ ਤੇਰੇ ਆ ਬਾਕੀ ਸੂਬੇ ਆ ਤੇ ਸਾਰੇ ਰਾਜੇ। ਆ ਜਿੰਨੇ 22 ਦੇ ਰਾਜੇ ਤੇ ਆ ਸੂਬੇ ਆ, ਸਰਹੰਦ ਦਾ ਸੂਬਾ, ਲਾਹੌਰ ਦਾ ਸੂਬਾ ਤੇ ਬਾਕੀ ਰਾਜੇ ਲੋਕ, ਇਹ ਵੀ ਤੇਰੇ ਵਰਗੇ ਬੇਈਮਾਨ। ਬੇਈਮਾਨ ਤੂੰ ਤੇ ਬੇਈਮਾਨ ਤੇਰੇ ਰਾਜੇ। ਸਿੱਖ ਸੰਗਤ ਨੂੰ ਮਾਰ ਕਰ ਕੀਨਾ ਗਾਜੀ। ਆ 22 ਦੇ ਰਾਜਿਆਂ ਨੇ ਵੀ ਮੇਰੀ ਸਿੱਖ ਸੰਗਤ ਨੂੰ ਬਹੁਤੀ ਨੂੰ ਮਾਰਿਆ, ਔਰ ਇਹਨਾਂ ਨੇ ਵੀ ਬਹੁਤ ਕੁਕਾਜ ਕੀਤਾ, ਕੁਕਰਮ ਕੀਤੇ ਹਨ। ਸਿੱਖਣੀਆਂ ਗਣ ਅਨੰਦ ਦੇ ਬਹੁਤ ਖਜ਼ਾਨੇ। ਇਹਨਾਂ 22 ਦੇ ਰਾਜਿਆਂ ਨੇ ਵੀ ਮੇਰੀਆਂ ਸਿੱਖਣੀਆਂ ਨੂੰ, ਬਹੁਤਿਆਂ ਨੂੰ ਮਾਰਿਆ, ਸ਼ਹੀਦ ਕੀਤਾ ਸਿੱਖਾਂ ਤੇ ਸਿੱਖਣੀਆਂ ਨੂੰ, ਤੇ ਮੇਰੇ ਬਹੁਤੇ ਗੁਰਸਿੱਖਾਂ ਦੇ ਖਜ਼ਾਨੇ ਵੀ ਇਹਨਾਂ ਨੇ ਲੁੱਟੇ ਹਨ। ਤਾਂ ਇਹਨਾਂ ਨੇ 22 ਦੇ ਰਾਜਿਆਂ ਨੇ ਵੀ ਬੇਇਨਸਾਫੀ ਕੀਤੀ। ਇਹ ਮੰਨਦਿਆ, ਇਆਣਿਆ, ਅਣਜਾਣਾ, ਬੇਸਮਝਾ ਬਾਦਸ਼ਾਹ, ਆਪਣੇ ਮਨ ਵਿੱਚ ਇਹ ਗੱਲ ਸਮਝ ਲੈਣਾ ਕਰ।
ਬਿਨਿਆਏ ਤੁਧ ਘਰ ਪ੍ਰਭ ਕੇ ਘਰ ਨਹੀਂ। ਪਰ हे ਔਰੰਗਜ਼ੇਬ, ਬੇਨਿਆਈ ਤੇਰੇ ਘਰ ਵਿੱਚ ਹੈ, ਪ੍ਰਭੂ ਦੇ ਘਰ ਵਿੱਚ ਨਹੀਂ। ਬੇਇਨਸਾਫੀ ਔਰੰਗਜ਼ੇਬ ਤੇਰੇ ਘਰ ਵਿੱਚ ਹੈ, ਤੂੰ ਬੇਇਨਸਾਫੀ ਕੀਤੀ ਪੈਰ ਪੈਰ ਤੇ, ਪਰ ਪ੍ਰਭੂ ਦੇ ਘਰ ਵਿੱਚ ਬੇਇਨਸਾਫੀ ਨਹੀਂ, ਉਹ ਇਨਸਾਫ ਕਰਦਾ ਹੈ। ਭਲੀ ਬੁਰੀ ਜਸ ਕਰਦਾ ਹੈ ਤਸ ਫਲ ਸੁਭਾਈ। ਜਿਸ ਤਰ੍ਹਾਂ ਦਾ ਕੋਈ ਕਰਮ ਕਰਦਾ ਹੈ, ਭਾਵੇਂ ਭਲਾ ਕਰਦਾ ਹੈ ਜਾਂ ਬੁਰਾ ਕਰਦਾ ਹੈ, ਜਿਸ ਤਰ੍ਹਾਂ ਦਾ ਕੋਈ ਕਰਮ ਕਰਦਾ ਉਸ ਤਰ੍ਹਾਂ ਦਾ ਫਲ ਉਹਨੂੰ ਪਾਉਣਾ ਪੈਂਦਾ ਹੈ। ਇਸ ਤਰ੍ਹਾਂ ਦਾ ਇਨਸਾਫ ਪ੍ਰਭੂ ਦੇ ਕਰਦਾ ਹੈ, ਪਰਮੇਸ਼ਰ ਦੇ ਕਰਦਾ ਹੈ। ਤੇ ਤੂੰ ਜਿਸ ਤਰ੍ਹਾਂ ਦੇ ਕਰਮ ਕੀਤੇ ਉਹਦਾ ਫਲ ਤੈਨੂੰ ਬਾਦਸ਼ਾਹ ਭੋਗਣਾ ਪੈਣਾ ਹੈ। 10 ਲੱਖ ਤੁਰਕ ਪਹਾੜੀ ਤੇਰਾ ਪਦ ਕਿੰਨਾ। ਤੇ 10 ਲੱਖ ਫੌਜ ਤੂੰ ਭੇਜੀ ਸੀ, ਤੁਰਕ ਸਾਰੇ ਰਲੇ ਸੀ, ਪਹਾੜੀਏ ਰਾਜੇ ਵੀ ਨਾਲ ਰਲੇ ਸੀ, ਤੇ ਵੱਡਾ ਘੇਰਾ ਪਾਇਆ ਇਹਨਾਂ ਨੇ। ਕਸਮ ਜੋ ਕਰਮ ਕੀ ਕਰ ਖੰਡਨ ਕਿਨਾ। ਜਿਵੇਂ ਤੂੰ ਕੁਰਾਨ ਦੀ ਕਸਮ ਖਾਧੀ ਸੀ, ਤੇਰੇ ਫੌਜਦਾਰਾਂ ਨੇ ਕੁਰਾਨ ਦੀ ਕਸਮ ਖਾਧੀ, 22 ਧਾਰ ਦੇ ਰਾਜਿਆਂ ਨੇ ਗਊ ਦੀ ਕਸਮ ਖਾਧੀ, ਤੇ ਉਹ ਸਾਰੀਆਂ ਕਸਮਾਂ ਜਿਹੜੀਆਂ ਖੰਡਨ ਕਰ ਦਿੱਤੀਆਂ, ਤੋੜ ਦਿੱਤੀਆਂ ਕਸਮਾਂ ਸਾਰੀਆਂ। ਨਿਕਸੇ ਜਬ ਹੋਏ ਤਰ ਬਾਛੇ ਸਾਰਾ। ਜਦੋਂ ਤੁਸੀਂ ਕਸਮਾਂ ਖਾਧੀਆਂ ਤੇਰੇ ਜਰਨੈਲਾਂ ਨੇ ਤੇ 22 ਧਾਰ ਦੇ ਰਾਜਿਆਂ ਨੇ, ਕਿ ਅਸੀਂ ਅਨੰਦਪੁਰ ਸਾਹਿਬ ਛੱਡ ਕਰਕੇ ਜਦੋਂ ਕਿਲੇ ਚੋਂ ਬਾਹਰ ਨਿਕਲੇ ਤੇ ਸਾਰੀ ਫੌਜ ਨੇ, ਸਾਰੇ ਦਲ ਨੇ ਸਾਡੇ ਤੇ ਹਮਲਾ ਕਰ ਦਿੱਤਾ। ਲੜੇ ਸਿੰਘ ਚਮ ਰਹੀ ਚਮਕੌਰ ਸਦਾ। ਤੇ ਮੇਰੇ ਸੂਰਬੀਰ ਸਿੰਘ ਫਿਰ ਤੇਰੀ ਫੌਜ ਨਾਲ ਲੜੇ, ਪਹਾੜੀਆਂ ਨਾਲ ਲੜੇ, ਤੇ ਲੜਦੇ ਲੜਦੇ ਚਮਕੌਰ ਤੱਕ ਗਏ। ਨਾਲੇ ਸਫ਼ਰ ਤੈਅ ਕੀਤਾ, ਨਾਲੇ ਤੇਰੀ ਫੌਜ ਤੇ ਪਹਾੜੀਆਂ ਦੀ ਫੌਜ ਦੇ ਨਾਲ ਮੇਰੇ ਸਿੰਘ ਲੜੇ। ਸਿੱਖ 40 ਮਨ ਸੰਗ ਤੇਰੇ ਸੋ ਲੜ ਕਰ ਵਿਜੇ। ਤੇਰੇ ਲੱਖਾਂ ਫੌਜਾਂ ਨੇ ਘੇਰਾ ਪਾਇਆ ਕਿ ਚਮਕੌਰ ਨਗਰ ਵਿੱਚ ਸਾਨੂੰ, ਤੇ ਮੇਰੇ ਨਾਲ 40 ਸਿੱਖ ਸੀ ਉਸ ਵੇਲੇ, ਉਹ ਵੀ ਭੁੱਖੇ ਪਿਆਸੇ, ਤੇ ਲੜ ਕਰਕੇ ਜੂਝੇ ਮੇਰੇ ਸਿੰਘ। ਕਿਸੇ ਨੇ ਹੱਥ ਖੜੇ ਨਹੀਂ ਕੀਤੇ, ਕਿਸੇ ਨੇ ਸ਼ਸਤਰ ਨਹੀਂ ਸੁੱਟੇ। ਤੇਰੀਆਂ ਲੱਖਾਂ ਫੌਜਾਂ ਦਾ ਮੁਕਾਬਲਾ ਮੇਰੇ ਇੱਕ ਇੱਕ ਸਿੰਘ ਨੇ ਕੀਤਾ, ਤੇ ਅਖੀਰਲੇ ਸਾਹ ਤੀਕ ਲੜਿਆ। ਪੁਰਜਾ ਪੁਰਜਾ ਕੱਟ ਮਰੈ ਜਬ ਹੁਣ ਨਾ ਛੱਡ ਖੇਤ। ਉੱਥੇ ਫਿਰ ਗਰੀਬ ਨਵਾਜ਼ ਸਾਹਿਬ ਜੀ ਨੇ ਜ਼ਫਰਨਾਮੇ 'ਚ ਜ਼ਿਕਰ ਆਉਂਦਾ, ਗਰੀਬ ਨਵਾਜ਼ ਕਹਿੰਦੇ ਤੇਰੀ 10 ਲੱਖ ਦੀ ਬੇਖਬਰ ਜਿਹੜੀ ਫੌਜ ਆਈ, ਉਹਦੀ ਤਾਂ ਖਬਰ ਹੈਗੀ ਸੀ ਜਿਹੜੀ ਅਨੰਦਪੁਰ ਸਾਹਿਬ ਤੋਂ ਆ ਰਹੀ ਸੀ, ਬੇਖਬਰ ਫੌਜ 10 ਲੱਖ ਆਈ, ਤੇ ਮੇਰੇ 40 ਸੂਰਬੀਰ ਉਹ ਵੀ ਭੁੱਖੇ ਸੀ, ਉਹਨਾਂ ਨੇ ਮੁਕਾਬਲਾ ਕੀਤਾ ਤੇਰੀ 10 ਲੱਖ ਫੌਜ। ਗੁਰਸਨਾਹ ਚੇਕਾਰੇ ਕੁਨਤ ਚਿਹਰ ਨਾਰ ਕਿ 10 ਲੱਖ ਬਰਾਈਅਤ ਬਰੋ ਬੇਖਬਰ। ਤਾਂ ਸਤਿਗੁਰੂ ਗਰੀਬ ਨਵਾਜ਼ ਸਾਹਿਬ ਜੀ ਕਹਿ ਰਹੇ ਆ ਵੀ ਤੇਰੀ ਫੌਜ ਦਾ ਉਸ ਵੇਲੇ ਮੇਰੇ 40 ਸਿੰਘਾਂ ਨੇ ਮੁਕਾਬਲਾ ਕੀਤਾ, ਉਹ ਲੜ ਕਰਕੇ ਜੂਝ ਗਏ, ਸ਼ਹੀਦ ਹੋ ਗਏ। ਪਰ ਉਹ ਭੁੱਖੇ ਸੀ ਮੇਰੇ ਸਿੰਘ, ਕੀ ਕਰ ਸਕਦੇ ਸੀ 40 ਭੁੱਖਣ ਭਾਣੇ, ਜਿੱਥੇ ਬੇਅੰਤ ਵੱਡੀ ਗਿਣਤੀ 'ਚ ਤੇਰੀ ਫੌਜ ਪਹੁੰਚ ਗਈ। ਪਰ ਮੇਰੇ ਸੂਰਬੀਰਾਂ ਨੇ ਆਖਰੀ ਦਮ ਤੀਕ ਮੁਕਾਬਲਾ ਕੀਤਾ, ਜੂਝ ਕੇ ਲੜੇ, ਉਹ ਸ਼ਹੀਦੀਆਂ ਪਾਈਆਂ। ਸਾਹਿਬਜ਼ਾਦੇ 40 ਸ਼ੰਕਰ ਮਰਵਾਈ। ਇਹ ਛਲਬਾਜ਼ਾ ਧੋਖੇਬਾਜ਼ਾ ਮੇਰੇ 4 ਸਾਹਿਬਜ਼ਾਦੇ ਤੂੰ ਛਲ ਕਰਕੇ ਮਰਵਾਏ। ਤੂੰ ਛਲ ਕੀਤਾ, ਝੂਠੀਆਂ ਕਸਮਾਂ ਖਾਧੀਆਂ, ਅਨੰਦਪੁਰ ਸਾਹਿਬ ਖਾਲੀ ਕਰਵਾਇਆ, ਤੇ ਸਮੇਂ ਸਮੇਂ ਨਾਲ ਮੇਰੇ 4 ਸਾਹਿਬਜ਼ਾਦੇ ਉਹ ਵੀ ਛਲ ਕਰਕੇ ਤੂੰ ਸ਼ਹੀਦ ਕਰਵਾਏ। ਪਰ ਮੇਰੀ ਰੱਖਿਆ ਅਕਾਲ ਪੁਰਖ ਵਾਹਿਗੁਰੂ ਨੇ ਕੀਤੀ, ਉਹਨੇ ਹੱਥ ਦੇ ਕਰਕੇ ਮੈਨੂੰ ਫਿਰ ਵੀ ਤੇਰੀ ਲੱਖਾਂ ਫੌਜਾਂ ਦੇ ਘੇਰੇ ਵਿੱਚੋਂ ਬਚਾ ਲਿਆ। ਪਰ ਜਦੋਂ ਤੂੰ ਖਾਲਕ ਦੇ ਦਰਵਾਜ਼ੇ ਤੇ ਜਾਵੇਂਗਾ ਨਾ, ਰੱਬ ਦੀ ਕਚਹਿਰੀ 'ਚ ਜਾਵੇਂਗਾ, ਉਦੋਂ ਤੈਥੋਂ ਪੁੱਛਿਆ ਜਾਣਾ। ਉੱਥੇ ਇਹ ਇੱਕ ਇੱਕ ਗੱਲ ਪੁੱਛੀ ਜਾਣੀ ਜਦੋਂ ਖਾਲਕ ਦੇ ਘਰ ਵਿੱਚ ਜਾਵੇਂਗਾ। ਮਹਾਰਾਜ ਕਹਿੰਦੇ ਰਾਮ ਦੇ ਦਾਸਾਂ ਦੇ ਫਿਟਕਾਰਿਆ ਕਿ ਅਸੀਂ ਉਸ ਪਰਮੇਸ਼ਰ ਦੇ ਦਾਸ, ਤੇ ਤੂੰ ਆ ਪਰਮੇਸ਼ਰ ਦੇ ਦਾਸਾਂ ਦਾ ਫਿਟਕਿਆ ਹੋਇਆ, ਫਿਟਕਾਰਿਆ ਹੋਇਆ। ਰਾਮ ਦੇ ਦਾਸਾਂ ਦੇ ਫੇੜਿਆ ਫਿਟਕਾਰਿਆ, ਉੱਥੇ ਕਿਹੜਾ ਮੂੰਹ ਲੈ ਕੇ ਜਾਵੇਂਗਾ ਖੁਦਾ ਦੀ ਦਰਗਾਹ ਦੇ ਵਿੱਚ।
परमेश्वर की कचहरी दे विच किहड़ा मूँह लैके जावेंगा। ते दूसरा अर्थ गुरमुखां ने कीता है कि तां रामदास भी राम दे दासां दे भी परमेश्वर दे असीं दास हां ते साडा फिटकारिया होया तूं। ते रामदास चौथे पातशाह धन गुरु रामदास साहब जी महाराज जिन्हां तो सोढी कुल चली बैठा सोढी पातशाह वो रामदास सतगुरु कहावत ते अगे सारे गुरु साहब सोढी कलगीधर पातशाह भी सोढ वंश विच ही प्रगट होए। इस करके कि गुरु रामदास साहब जी की जिहड़ी कुल वा ਉਹਦੇ ਵਿੱਚ ਹੀ ਕਲਗੀਧਰ ਪਾਤਸ਼ਾਹ ਭਾਵ ਤੂੰ ਸੋਢੀ ਕੁਲ ਦੇ ਸਾਡਾ ਵੀ ਦਾਸਾਂ ਦਾ ਫਿਟਕਾਰਿਆ ਹੋਇਆ। ਗੁਰੂ ਰਾਮਦਾਸ ਸਾਹਿਬ ਜੀ ਦੀ ਗੁਰਤਾ ਗੱਦੀ ਦੇ ਅਸੀਂ ਮਾਲਕ ਹਾਂ ਤੇ ਤੂੰ ਗੁਰੂ ਗੱਦੀ ਵੱਲੋਂ ਫਿਟਕਾਰਿਆ ਹੋਇਆ ਹੈ। ਕਿਹੜਾ ਮੂੰਹ ਲੈ ਕੇ ਜਾਵੇਂਗਾ ਦਰਗਾਹ ਦੇ ਵਿੱਚ ਰੱਬ ਦੀ ਕਚਹਿਰੀ ਦੇ ਵਿੱਚ। ਉੱਥੇ ਤੇ ਲੇਖਾ ਜੋਖਾ ਹੋਣਾ ਪੂਰਾ। ਉੱਥੇ ਤੇ ਚੰਗਿਆਈਆਂ ਬੁਰਾਈਆਂ ਵਾਚੀਆਂ ਜਾਣਗੀਆਂ। ਚੰਗਿਆਈਆਂ ਬੁਰਾਈਆਂ वाचे धर्म हदूर करमी आपो अपनी के नेड़े के दूर। रामदास क्या पेड़िया की मुखों लावे उदों की मूँह चों बोलेगा केड़ा मूँह लै करके जावेगा। भाव उत्थे ते इथों कोई जवाब नहीं दिता जाना। उत्थे फिर तेनू मार पवेगी दोजक विच जाना पवेगा। तो होर भी बहुत कुछ महाराज ने लिखिया वो कल दे दीवान विच साध संगत जी बड़ा विचारांगे। धन श्री गुरु गोबिंद सिंह महाराज सच्चे पातशाह जी के पावन इतिहास की विचार साझी करदिआं होइयां भुल्लां चुकां दी सतगुरु जी गुर संगत जी खिमा देनी देवो सज्जण आसीस अड़ियां ज्यों होवै साहिब स्यों मेल। हे गोबिंद हे गोपाल हे दयाल लाल प्राण नाथ अनाथ सखे दीन दर्द निवार। हे समरथ अगम पूरन मोहे मया धार। अंधकूप महाभयान नानक पारे उतार। आए प्रभ सरनागते कृपा निध दयाल। एक अक्षर हर मन बसत नानक होत निहाल। कथा निता व्रत होत है सुनहो सिंह सुजान। नानक गुर गोबिंद सिंह जी सदा करे कल्याण। नानक गुर गोबिंद सिंह जी सदा करे कल्याण। वाहिगुरु जी का खालसा वाहिगुरु जी की फतेह। सत श्री अकाल।